ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਸਾਰੇ ਵੀਰ ਭੈਣਾਂ ਮਿਲ ਕੇ ਭਗਤ ਕਬੀਰ ਜੀ ਦੇ ਪਾਵਨ ਸ਼ਲੋਕਾਂ ਦੀ ਵਿਚਾਰ ਸਾਂਝੀ ਕਰ ਰਹੇ ਹਾਂ ਤੇ ਅੱਜ ਅਸੀਂ ਆਪ ਜੀ ਦੇ ਨਾਲ ਜਿਸ ਸ਼ਲੋਕ ਦੀ ਵਿਚਾਰ ਸਾਂਝੀ ਕਰ ਰਹੇ ਹਾਂ, ਇਹ ਸ਼ਲੋਕ 53 ਨੰਬਰ ਸ਼ਲੋਕ ਹੈ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1367 ਤੇ ਅੰਕਿਤ ਹੈ। ਕਬੀਰ ਹਰਨਾ ਦੂਬਲਾ। ਕਬੀਰ ਤੇ ਥੋੜਾ ਜਿਹਾ ਵਿਸ਼ਰਾਮ ਲਗਾਵਾਂਗੇ। ਕਬੀਰ ਹਰਨਾ ਦੂਬਲਾ, ਇਹ ਹਰਿਆਰਾ ਤਾਲ, ਲਾਖ ਅਹੇਰੀ ਏਕ ਜੀਓ, ਕੇਤਾ ਬੰਚੋਂ ਕਾਲ। ਹਰਨਾ ਦਾ ਮਤਲਬ ਹੈਗਾ ਹਿਰਨ ਤੇ ਦੂਬਲਾ ਦਾ ਮਤਲਬ ਹੈਗਾ ਦੁਬਲਾ, ਕਮਜ਼ੋਰ। ਇਹ ਤੋਂ ਭਾਵ ਇਹ ਜਗਤ, ਇਹ ਤਾਲ ਦਾ ਮਤਲਬ ਜਗਤ ਰੂਪ ਤਲਾਬ, ਤੇ ਹਰਿਆਰਾ ਦਾ ਮਤਲਬ ਹਰਿਆਲਾ, ਜਿਸ ਵਿੱਚ ਹਰਿਆਵਲ ਹੋਵੇ। ਤੇ ਉਹ ਹਰਿਆਵਲ ਕਿਹੜੀ ਹੈ? ਜਿਹੜੇ ਵਿਸ਼ੇ ਭੋਗ ਨੇ, ਵਿਕਾਰ, ਪਾਪ, ਅਪਰਾਧ ਆਦਿਕ। ਭਗਤ ਕਬੀਰ ਜੀ ਨੇ ਹੋਰ ਥਾਵੀਂ ਇਹ ਚੀਜ਼ ਬਾਰੇ ਬਿਆਨ ਕੀਤਾ ਹੈ। ਹਰੀ ਅੰਗੂਰੀ ਗਧਾ ਚਰੈ, ਨਿਤ ਉਠ ਹਾਸੈ, ਹੀਂਗੈ ਮਰੈ। ਉੱਥੇ ਵੀ ਹਰੀ ਅੰਗੂਰੀ ਜਿਹੜੀ ਵਿਸ਼ੇ ਭੋਗਾਂ ਨੂੰ ਆਖਿਆ ਹੈ। ਤੇ ਗਧਾ ਦਾ ਮਤਲਬ ਜਿਹੜਾ ਜੀਵ ਗਧਾ ਹੈ, ਬੇਸਮਝ, ਇਹ ਨਾ ਵਿਕਾਰਾਂ ਨੂੰ ਚਰਦਾ ਹੈ, ਖਾਂਦਾ ਹੈ, ਹੱਸਦਾ ਹੈ, ਹੀਂਗਦਾ ਹੈ ਔਰ ਆਤਮਕ ਮੌਤ ਤੇ ਮਰ ਜਾਂਦਾ ਹੈ। ਜਿਵੇਂ ਅਸੀਂ ਕਹਿੰਦੇ ਹਾਂ ਨਾ, ਆਮ ਹੁੰਦਾ ਖੋਤੇ ਵਾਂਗੂ ਹੀਂਗਦਾ ਬੰਦਾ। ਤਾਂ ਭਗਤ ਕਬੀਰ ਜੀ ਕਹਿ ਰਹੇ ਨੇ ਕਿ ਇਹ ਜਿਹੜਾ ਹੈ ਵਿਕਾਰਾਂ ਦੀਆਂ ਹਰਿਆਵਲ ਕਰੂੰਬਲਾਂ ਨੂੰ ਇਹ ਜੀਵ ਗਧਾ ਬੇਸਮਝ ਬੰਦਾ ਖਾਂਦਾ ਹੈ, ਉਹਨਾਂ ਨੂੰ ਮਾਣਦਾ ਹੈ ਔਰ ਹੀਂਗਦਾ ਹੈ ਔਰ ਆਤਮਕ ਮੌਤੇ ਮਰ ਜਾਂਦਾ ਹੈ, ਵਿਕਾਰਾਂ ਦੇ ਵਿੱਚ ਪਿਆ ਹੋਇਆ। ਇੱਥੇ ਵੀ ਭਗਤ ਕਬੀਰ ਜੀ ਇਸ ਸ਼ਲੋਕ ਰਾਹੀਂ ਸਮਝਾ ਰਹੇ ਨੇ, ਕਬੀਰ ਹਰਨਾ ਦੂਬਲਾ, ਇਹ ਹਰਿਆਰਾ ਤਾਲ। ਇਹ ਜਗਤ ਮਾਨੋ ਇੱਕ ਸਰੋਵਰ ਹੈ ਜਿਸ ਵਿੱਚ ਬੇਅੰਤ ਜੋ ਮਾਇਕ ਭੋਗਾਂ ਦੀ ਹਰਿਆਵਲ ਹੈ। ਈਰਖਾ, ਦਵੈਸ਼, ਵੈਰ ਵਿਰੋਧ, ਜੀਭ ਦਾ ਰਸ, ਕੰਨਾਂ ਦਾ ਰਸ, ਕਿੰਨੇ ਸਾਰੇ ਚਸਕੇ ਨੇ ਔਰ ਇਹਨਾਂ ਚਸਕਿਆਂ ਦੇ ਵਿੱਚ ਫਸਿਆ ਹੋਇਆ ਹੈ। ਤੇ ਕਬੀਰ ਜੀ ਕਹਿੰਦੇ ਨੇ, ਮੇਰੀ ਇਹ ਜਿੰਦ ਰੂਪੀ ਹਿਰਨ ਕਮਜ਼ੋਰ ਹੈ, ਯਾਨੀ ਕਮਜ਼ੋਰ ਜਿਹਾ ਜੀਵ, ਮਾਨਸਿਕਤਾ ਇਹਦੀ ਮਾੜੀ ਔਰ ਵਿਕਾਰ ਜਿਹੜੇ ਨੇ ਬੜੇ ਪ੍ਰਭਾਵਸ਼ਾਲੀ। ਹੁਣ ਇਹਨਾਂ ਤੋਂ ਬਚਣਾ ਬੜਾ ਮੁਸ਼ਕਲ ਹੈ। ਆਮ ਜਿਹੜਾ ਬੰਦਾ ਹੈ ਉਹ ਇਹਨਾਂ ਵਿਕਾਰਾਂ ਤੋਂ ਬਚ ਨਹੀਂ ਸਕਦਾ, ਕਿਉਂਕਿ ਮੱਤ ਉੱਚੀ ਹੈ ਨਾ। ਅਸੀਂ ਦੇਖੋ ਕਿਵੇਂ ਗੱਲਾਂ ਕਰਦੇ ਕਰਦੇ ਕਿਸੇ ਦੀ ਨਿੰਦਿਆ ਕਰਨ ਲੱਗ ਜਾਂਦੇ ਆ। ਬੰਦਾ ਨਹੀਂ ਨਾ ਬਚ ਪਾਇਆ ਨਿੰਦਿਆ ਤੋਂ, ਹਾਲਾਂਕਿ ਨਹੀਂ ਕਰਨੀ ਚਾਹੀਦੀ। ਜੇ ਕੋਈ ਸਾਡੀ ਬਦਖੂਈ ਕਰੇ, ਸਾਨੂੰ ਮਾੜਾ ਲੱਗਦਾ ਹੈ ਨਾ, ਪਰ ਫਿਰ ਵੀ ਅਸੀਂ ਦੂਜਿਆਂ ਦੀ ਬਦਖੂਈ ਕਰਦੇ ਹਾਂ। ਹਰ ਬੰਦੇ ਨੂੰ ਪਤਾ ਹੈ ਕਿ ਗੁੱਸਾ ਠੀਕ ਨਹੀਂ ਹੈ, ਕ੍ਰੋਧ ਜਿਹੜਾ ਹੈ ਉਹ ਠੀਕ ਨਹੀਂ ਹੈ। ਕ੍ਰੋਧ ਮੈਨੂੰ ਖਰਾਬ ਕਰੇਗਾ, ਮੇਰੇ ਰਿਸ਼ਤਿਆਂ ਨਾਤਿਆਂ ਨੂੰ ਖਰਾਬ ਕਰੇਗਾ, ਲੇਕਿਨ ਫਿਰ ਵੀ ਬੰਦਾ ਕ੍ਰੋਧ ਤੋਂ ਨਹੀਂ ਨਾ ਬਚ ਪਾਉਂਦਾ। ਕਿੰਨੇ ਸਾਰੇ ਰਿਸ਼ਤੇ ਨਾਤੇ ਆਪਣੇ ਅਸੀਂ ਕ੍ਰੋਧ ਕਰਕੇ ਤੋੜ ਬੈਠੇ ਆ। ਸਭ ਨੂੰ ਪਤਾ ਹੈ, ਹਰ ਇਨਸਾਨ ਨੂੰ ਪਤਾ ਹੈ ਕਿ ਬੇਗਾਨਾ ਹੱਕ ਖਾਣਾ ਠੀਕ ਨਹੀਂ, ਪਰ ਫਿਰ ਵੀ ਅਸੀਂ ਖਾ ਜਾਂਦੇ ਹਾਂ। ਫਿਰ ਵੀ ਬੰਦਾ ਇਹਦੇ ਤੋਂ ਨਹੀਂ ਬਚਦਾ। ਬੰਦੇ ਨੂੰ ਪਤਾ ਹੈ ਕਿ ਈਗੋ ਨਹੀਂ ਕਰਨੀ ਚਾਹੀਦੀ, ਹੰਕਾਰ ਕਰਕੇ ਦੂਜਿਆਂ ਨੂੰ ਨੀਵਾਂ ਨਹੀਂ ਵਿਖਾਉਣਾ ਚਾਹੀਦਾ। ਜੇ ਕੋਈ ਸਾਨੂੰ ਨੀਵਾਂ ਵਿਖਾਏ ਤਾਂ ਕਿੰਨੀ ਅਸੀਂ ਮਹਿਸੂਸ ਕਰਦੇ ਹਾਂ ਨਾ, ਸ਼ਰਮ ਮਹਿਸੂਸ ਹੁੰਦੀ ਹੈ, ਬੇਇੱਜ਼ਤੀ ਮਹਿਸੂਸ ਹੁੰਦੀ ਹੈ, ਦੁੱਖ ਹੁੰਦਾ ਹੈ। ਪਤਾ ਹੈ ਕਿ ਦੂਜਿਆਂ ਨੂੰ ਦੁੱਖ ਹੁੰਦਾ ਹੈ, ਪਰ ਫਿਰ ਵੀ ਬੰਦਾ ਈਗੋ ਕਰਦਾ ਹੈ ਨਾ, ਯਾਨੀ ਇਹਨਾਂ ਵਿਕਾਰਾਂ ਤੋਂ ਬਚ ਨਹੀਂ ਪਾਉਂਦਾ। ਇਹਨੂੰ ਕਹਿ ਰਹੇ ਨੇ ਹਰਨਾ ਦੂਬਲਾ। ਹਰਨਾ ਦਾ ਮਤਲਬ ਹਿਰਨ, ਜੀਵ ਹਿਰਨ ਜਿਹੜਾ ਹੈ। ਮੇਰੀ ਜਿੰਦ ਕਮਜ਼ੋਰ ਜਿਹੀ ਹੈ ਤੇ ਇਸ ਸੰਸਾਰ ਦੇ ਅੰਦਰ ਚਾਰ ਚੁਫੇਰੇ ਬੜੀ ਹਰਿਆਵਲ ਹੈ ਵਿਕਾਰਾਂ ਦੀ। ਇਹਨਾਂ ਤੋਂ ਬਚਣਾ ਔਖਾ ਹੈ। ਜਿਵੇਂ ਕਿਸੇ ਪਸ਼ੂ ਨੂੰ ਖੋਲ ਦਈਏ ਤੇ ਚਾਰ ਚੁਫੇਰੇ ਹਰੇ ਫਸਲ ਹੋਣ ਤਾਂ ਉਹ ਤੂੜੀ ਛੱਡ ਕੇ ਸਿੱਧਾ ਹਰੇ ਫਸਲਾਂ ਵੱਲ ਜਾਏਗਾ। ਅਗਲਾ ਬਚਨ ਕਰਦੇ ਨੇ, ਲਾਖ ਅਹੇਰੀ ਏਕ ਜੀਓ। ਅਹੇਰੀ ਦਾ ਮਤਲਬ ਹੈ ਸ਼ਿਕਾਰੀ। ਲਾਖ ਅਹੇਰੀ ਦਾ ਮਤਲਬ ਲੱਖਾਂ ਸ਼ਿਕਾਰੀ ਨੇ ਜਿਹੜੇ ਵਿਕਾਰ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਸਾ, ਤ੍ਰਿਸ਼ਨਾ, ਚੁਗਲੀ, ਨਿੰਦਾ, ਝੂਠ, ਫਰੇਬ, ਚੋਰੀਆਂ, ਯਾਰੀਆਂ, ਬੇਈਮਾਨੀਆਂ, ਠੱਗੀਆਂ, ਪਹਿਨਾਮੀਆਂ, ਪਾਪ, ਅਪਰਾਧ,
ਮੇਰ ਤੇਰ, ਭਰੂਣ ਹੱਤਿਆ, ਜਾਤੀਵਾਦ, ਲੜਾਈ, ਦੰਗੇ, ਫਸਾਦ, ਕਿੰਨੇ ਸਾਰੇ ਵਿਕਾਰ ਨੇ ਨਾ, ਲੱਖਾਂ ਨੇ। ਏਕ ਜੀਓ ਤੇ ਮੇਰੀ ਇਹ ਜਿੰਦ ਕੱਲੀ, ਕੇਤਾ ਬੰਚੋਂ ਕਾਲ। ਕਾਲ ਦਾ ਮਤਲਬ ਮੌਤ। ਮੈਂ ਕਿੰਨਾ ਕੁ ਸਮਾਂ ਇਹਨਾਂ ਵਿਕਾਰਾਂ ਤੋਂ ਬਚ ਸਕਦਾ ਹਾਂ। ਕਾਲ ਦਾ ਮਤਲਬ ਸਮਾਂ। ਕਿੰਨਾ ਕੁ ਸਮਾਂ ਇਹਨਾਂ ਵਿਕਾਰਾਂ ਤੋਂ ਮੈਂ ਬਚ ਸਕਦਾ। ਕਮਜ਼ੋਰ ਦੀ ਜਿੰਦ ਹੈ, ਬਚਣਾ ਬਹੁਤ ਔਖਾ। ਭਗਤ ਕਬੀਰ ਜੀ ਨੇ ਹੋਰ ਥਾਂ ਤੇ ਵੀ ਸਮਝਾਇਆ, ਗੁਰੂ ਸਾਹਿਬ ਨੇ ਵੀ ਪਾਵਨ ਬਾਣੀ ਵਿੱਚ ਸਾਨੂੰ ਸਮਝਾਇਆ। ਗੁਰੂ ਜੀ ਦਾ ਪਾਵਨ ਬਚਨ ਹੈ, ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋ ਘਰ ਬਾਰ ਮਨਾ, ਮਾਰੇ ਲੂਟੇ ਨੀਤ ਨੀਤ, ਕਿਸ ਆਗੇ ਕਰੀ ਪੁਕਾਰ ਜਨਾ। ਕਿ ਮੇਰੀ ਕੱਲੀ ਜਿੰਦ ਹੈ, ਪੰਜ ਵਿਕਾਰ ਨੇ, ਮੈਨੂੰ ਮਾਰਦੇ ਨੇ, ਕੁੱਟਦੇ ਨੇ। ਭਾਵ ਹਰ ਥਾਂ ਤੇ ਇਹਨਾਂ ਵਿਕਾਰਾਂ ਕਰਕੇ ਬੰਦੇ ਦੀ ਬੇਪੱਤੀ ਹੋ ਰਹੀ ਹੈ, ਆਤਮਕ ਮੌਤ ਤੇ ਮਰ ਰਿਹਾ ਹੈ, ਦੁਖੀ ਹੋ ਰਿਹਾ ਹੈ, ਪਰ ਫਿਰ ਵੀ ਇਹਨਾਂ ਵਿਕਾਰਾਂ ਤੋਂ ਬਚ ਨਹੀਂ ਪਾ ਰਿਹਾ। ਫਿਰ ਵੀ ਇਹਨਾਂ ਵਿਕਾਰਾਂ ਤੋਂ ਬਚ ਨਹੀਂ ਪਾ ਰਿਹਾ। ਭਗਤ ਰਵਿਦਾਸ ਜੀ ਨੇ ਸਾਨੂੰ ਬੜੇ ਪਿਆਰ ਨਾਲ ਸਮਝਾਇਆ ਹੈ। ਉਹ ਕਹਿੰਦੇ ਨੇ, ਇਨ ਦੂਤਨ ਖਲ ਵੱਧ ਕਰ ਮਾਰਿਓ, ਬੜੋ ਨਿਲਾਜ ਅਜਹੂ ਨਹੀਂ ਹਾਰਿਓ। ਕਿ ਇਹਨਾਂ ਵਿਕਾਰਾਂ ਨੇ ਮੈਨੂੰ ਜੀਵਨ ਦੇ ਹਰ ਕਦਮ ਕਦਮ ਤੇ ਬੰਨ ਬੰਨ ਕੇ ਮਾਰਿਆ ਹੈ, ਬੇਪੱਤ ਕੀਤਾ ਹੈ, ਪਰ ਮੈਂ ਇਹਨਾਂ ਨਿਰਲੱਜ, ਇਹਨਾਂ ਬੇਸ਼ਰਮ ਹਾਂ ਕਿ ਹਾਲੀ ਵੀ ਇਹਨਾਂ ਵਿਕਾਰਾਂ ਦੇ ਵਿੱਚ ਖਚਤ ਹੋਣ ਤੋਂ ਹਾਰਿਆ ਨਹੀਂ, ਥੱਕਿਆ ਨਹੀਂ। ਅਸੀਂ ਨਿੰਦਿਆ ਕਰ ਕਰਕੇ, ਬਦਖੋਈ ਕਰ ਕਰਕੇ ਥੱਕੇ ਨਹੀਂ, ਝੂਠ ਬੋਲ ਬੋਲ ਕੇ ਬੰਦਾ ਥੱਕਦਾ ਨਹੀਂ। ਹਾਲਾਂਕਿ ਇਹਨਾਂ ਵਿਕਾਰਾਂ ਕਰਕੇ ਸਾਡੀ ਜ਼ਿੰਦਗੀ ਦੇ ਅੰਦਰ ਦੁੱਖ ਆਏ ਨੇ, ਪਰਿਵਾਰ ਸਾਡੇ ਬਰਬਾਦ ਹੋ ਗਏ ਨੇ, ਘਰ-ਬਾਰ ਸਾਡੇ ਬਿਖਰਦੇ ਜਾ ਰਹੇ ਨੇ, ਰਿਸ਼ਤੇ ਟੁੱਟਦੇ ਜਾ ਰਹੇ ਨੇ, ਬੰਦਾ ਬੰਦੇ ਤੋਂ ਹੋਰ ਦੂਰ ਹੁੰਦਾ ਜਾ ਰਿਹਾ। ਪਰ ਫਿਰ ਵੀ ਬੰਦਾ ਇਹਨਾਂ ਨਿਰਲੱਜ, ਇਹਨਾਂ ਢੀਠ, ਬੇਸਮਝ, ਬੇਸ਼ਰਮ ਹੈ ਕਿ ਇਹਨਾਂ ਵਿਕਾਰਾਂ ਤੋਂ ਬਾਜ ਨਹੀਂ ਹੁੰਦਾ, ਫਿਰ ਵੀ ਬੰਦਾ ਕਰੀ ਜਾ ਰਿਹਾ ਨਾ। ਤਾਂ ਲਾਖ ਅਹੇਰੀ ਏਕ ਜੀਓ, ਕੇਤਾ ਬੰਚੋਂ ਕਾਲ। ਮੇਰੀ ਇੱਕ ਨਿਮਾਣੀ ਜੀ ਜਿੰਦ, ਮੈਂ ਇਹਨਾਂ ਤੋਂ ਕਿਵੇਂ ਬਚ ਸਕਦਾ। ਹੁਣ ਇੱਥੇ ਸਮਝਣ ਵਾਲੀ ਗੱਲ ਇਹ ਹੈ ਕਿ ਜੋ ਅਸੀਂ ਪਿੱਛੇ ਪੜ੍ਹਾ ਹੈ ਨਾ, ਦੀਨ ਗਵਾਇਆ ਦੁਨੀ ਸਿਓ, ਔਰ ਪੰਡਿਤ ਰਾਜੇ ਭੂਪਤੀ ਆਵੇਂ ਕੌਣੇ ਕਾਮ, ਇਹ ਸਾਰੇ ਇਹਨਾਂ ਵਿਕਾਰਾਂ ਤੋਂ ਬਚਾਉਣ ਵਿੱਚ ਸਹਾਇਕ ਨਹੀਂ ਹਨ। ਮੈਂ ਪੜ੍ਹ ਪੜ੍ਹ ਕੇ ਦੇਖ ਲਿਆ ਹੈ ਧਰਮ ਗ੍ਰੰਥ, ਮੈਂ ਯੋਗ ਸਾਧਨਾ ਕਰਕੇ ਵੇਖ ਲਈਆਂ, ਸਮਾਧੀਆਂ ਲਾ ਕੇ ਵੇਖ ਲਈਆਂ, ਜੰਗਲਾਂ ਵਿੱਚ ਜਾ ਕੇ ਵੇਖ ਲਿਆ, ਭੂਰਿਆਂ ਵਿੱਚ ਵੜ ਵੇਖਿਆ, ਇਹ ਸਾਰੇ ਕਰਮ ਦੇਖ ਲਏ, ਪਰ ਇਹ ਤਾਂ ਮੈਨੂੰ ਬਚਾ ਨਹੀਂ ਨਾ ਸਕੇ। ਇਹ ਸਾਰੇ ਕਰਮ ਦੇਖੋ ਲੋਕ ਕਰ ਰਹੇ ਨੇ, ਤੀਰਥ ਇਸ਼ਨਾਨ ਹੈ, ਵਰਤ ਨੇ, ਨਰਾਤੇ ਨੇ, ਸਰਾਧ ਨੇ, ਮੜੀਆਂ ਤੇ ਜਾ ਰਹੇ ਨੇ, ਕਬਰਾਂ ਪੂਜ ਰਹੇ ਨੇ, ਬਾਬਿਆਂ ਨੂੰ ਮੱਥੇ ਟੇਕ ਰਹੇ ਨੇ, ਸਮਾਧੀਆਂ ਲਾ ਰਹੇ ਨੇ, ਦਸਮ ਦੁਆਰ ਵਿੱਚ ਪ੍ਰਾਣ ਚੜਾ ਰਹੇ ਨੇ, ਜੰਗਲਾਂ ਵਿੱਚ ਵਿਚਰ ਰਹੇ ਨੇ, ਲੇਕਿਨ ਇਹ ਵਿਕਾਰ ਤੇ ਖਤਮ ਹੋਏ ਨਹੀਂ। ਤਾਂ ਭਗਤ ਕਬੀਰ ਜੀ ਕਹਿੰਦੇ ਨੇ, ਇਹਨਾਂ ਕਰਮਾਂ ਦੇ ਨਾਲ ਇਹਨਾਂ ਵਿਕਾਰਾਂ ਤੋਂ ਬਚਿਆ ਨਹੀਂ ਜਾ ਸਕਦਾ। ਹੁਣ ਇਹਨਾਂ ਤੋਂ ਬਚਣ ਵਾਸਤੇ ਇੱਕੋ ਹੀ ਸਾਧਨ ਹੈ ਕਿ ਰੱਬੀ ਰਜ਼ਾ ਦੇ ਵਿੱਚ ਤੁਰਨਾ, ਰੱਬੀ ਗੁਣ ਗਾਣੇ। ਅਗਲੇ ਸ਼ਲੋਕ ਵਿੱਚ ਹੋਰ ਦੱਸ ਰਹੇ ਨੇ। ਹੁਣ ਇਹਨਾਂ ਵਿਕਾਰਾਂ ਤੋਂ ਬਚਣ ਲਈ ਬੰਦਾ ਕੀ ਕਰਦਾ ਹੈ ਕਿ ਮੈਂ ਕਿਸੇ ਤੀਰਥ ਤੇ ਨਾ ਆਵਾਂ, ਤੀਰਥ ਵਿੱਚ ਡੁਬਕੀ ਲਾਇਆ। ਸ਼ਾਇਦ ਲੋਕੀ ਸੁਖਣਾ ਸੁਖਦੇ ਨੇ ਨਾ ਕਿ ਮੈਂ ਫਲਾਂ ਤੀਰਥ ਤੇ ਜਾਵਾਂਗਾ, ਰੱਬਾ ਸਾਡੇ ਘਰ ਸੁਖ ਸ਼ਾਂਤੀ ਵਰਤੇ, ਮੇਰੀ ਬਿਮਾਰੀ ਦੂਰ ਹੋਵੇ, ਸੁਖ ਸ਼ਾਂਤੀ ਆਵੇ, ਜਾਂ ਕੁਛ ਉਹ ਵੀ ਆਮ ਲੋਕਾਂ ਦੀਆਂ ਮੰਗਾਂ ਹੁੰਦੀਆਂ ਨੇ। ਹੁਣ ਕਬੀਰ ਜੀ ਕਹਿੰਦੇ ਨੇ ਕਿ ਕਬੀਰ ਗੰਗਾ ਤੀਰ ਜੋ ਘਰ ਕਰਹਿ, ਪੀਵਹਿ ਨਿਰਮਲ ਨੀਰ। ਇਹਨੂੰ ਕਰਹਿ ਪੜਨਾ, ਕਰਹਿ ਪੀਵਹਿ। ਬਿਨ ਹਰ ਭਗਤ ਨਾ ਮੁਕਤ ਹੋਏ, ਇਉਂ ਕਹਿ ਰਮੇ ਕਬੀਰ। ਇਹਨਾਂ ਵਿਕਾਰਾਂ ਤੋਂ ਬਚਣ ਲਈ ਕਿ ਜਿਹੜਾ ਹਰਿਆਰਾ ਤਾਲ ਹੈ, ਇਹਨਾਂ ਵਿਕਾਰਾਂ ਤੋਂ ਬਚਣ ਲਈ ਬੰਦਾ ਫਿਰ ਤੀਰਥਾਂ ਤੇ ਜਾਂਦਾ ਹੈ ਇਸ਼ਨਾਨ ਕਰਨ ਲਈ। ਆਪ ਇਸ਼ਨਾਨ ਕਰ ਆਇਆ, ਫਿਰ ਤੀਰਥਾਂ ਤੋਂ ਲੋਕ ਪ੍ਰਸ਼ਾਦ ਲੈ ਆਉਂਦੇ ਨੇ ਨਾ, ਫਿਰ ਪ੍ਰਸ਼ਾਦ ਆਂਢੀਆਂ ਗੁਆਂਢੀਆਂ ਦੇ ਘਰ ਵੀ ਦਿੰਦੇ ਨੇ ਕਿ ਮੈਂ ਫਲਾਂ ਤੀਰਥ ਤੇ ਗਿਆ ਸਾਂ ਤੇ ਉਸ ਤੀਰਥ ਦਾ ਪ੍ਰਸ਼ਾਦ ਹੈ। ਫਿਰ ਲੋਕ ਉਸ ਤੀਰਥ ਤੋਂ ਪਾਣੀ ਵੀ ਭਰ ਕੇ ਲੈ ਆਉਂਦੇ ਨੇ। ਆਮ ਕਰਕੇ ਲੋਕ ਤੀਰਥ ਤੋਂ ਲਿਆਂਦੇ ਪਾਣੀ ਨੂੰ ਜਲ ਕਹਿੰਦੇ ਨੇ। ਜਲ ਕਹੋ ਜਾਂ ਪਾਣੀ ਕਹੋ, ਗੱਲ ਇੱਕੋ ਹੀ ਹੈ। ਵਾਟਰ, ਨੀਰ, ਪਾਣੀ, ਆਬ, ਇਹ ਸਾਰੇ ਪਰਿਆਇਵਾਚੀ ਸ਼ਬਦ ਨੇ। ਤਾਂ ਕਬੀਰ ਜੀ ਕਹਿੰਦੇ ਨੇ, ਜੇ ਉੱਥੋਂ ਦਾ ਨਿਰਮਲ ਨੀਰ, ਨਿਰਮਲ ਜਲ, ਜਿਹਨੂੰ ਤੂੰ ਨਿਰਮਲ ਜਲ ਕਹਿੰਦਾ ਹੈ, ਉਹ ਲਿਆਂਦੇ ਨੇ ਨਾ ਲੋਕ ਕੈਨੀਆਂ ਚ ਪਾ ਕੇ, ਫਿਰ ਉਹ ਪੀਂਦੇ ਨੇ, ਬੱਚਿਆਂ ਨੂੰ ਪਿਆਉਂਦੇ ਨੇ, ਘਰਾਂ ਦੇ ਵਿੱਚ ਤਰੌਂਕੇ ਲਾਉਂਦੇ ਨੇ ਕਿ ਇਹਦੇ ਨਾਲ ਸਾਡੇ ਘਰ ਵਿੱਚ ਸੁੱਖ ਸ਼ਾਂਤੀ ਹੋਏਗੀ ਜਾਂ ਘਰ ਪਵਿੱਤਰ ਹੋਏਗਾ। ਆਪਣੇ ਆਪ ਨੂੰ ਵੀ ਲੋਕ ਪਵਿੱਤਰ ਸਮਝਦੇ ਨੇ ਤੀਰਥਾਂ ਚ ਨਹਾ ਕੇ। ਪਰ ਕਬੀਰ ਜੀ ਸਾਨੂੰ ਕਹਿੰਦੇ ਨੇ ਵੀ ਤੀਰਥ ਤੇ ਇੱਕ ਵਾਰੀ ਨਹਾ ਕੇ ਔਰ ਪਾਣੀ ਉੱਥੋਂ ਲਿਆ ਕੇ ਉਹ ਪੀ ਕੇ
ਇਹਦੀ ਬਜਾਏ ਕਬੀਰ ਗੰਗਾ ਤੀਰ ਜੋ ਘਰ ਕਰੇ, ਤੀਰ ਦਾ ਮਤਲਬ ਕਿਨਾਰਾ, ਕਿ ਜੇ ਤੂੰ ਗੰਗਾ ਦੇ ਕਿਨਾਰੇ ਹੀ ਜਾ ਕੇ ਘਰ ਬਣਾ ਲਵੇਂ, ਕਿ ਤੈਨੂੰ ਰੋਜ਼ 200-400 ਕਿਲੋਮੀਟਰ ਤੋਂ ਜਾਣਾ ਪੈਂਦਾ ਨਾ, ਸਾਲ 6 ਮਹੀਨੇ ਬਾਅਦ ਇੱਕ ਵਾਰੀ ਜਾਣਾ ਹੈ, ਜੇ ਤੂੰ ਗੰਗਾ ਦੇ ਕਿਨਾਰੇ ਤੇ ਹੀ ਘਰ ਬਣਾ ਲਵੇਂ, ਪੀਵੇਂ ਨਿਰਮਲ ਨੀਰ, ਤੇ ਉਸ ਗੰਗਾ ਦਾ ਜਿਹੜਾ ਪਵਿੱਤਰ ਪਾਣੀ ਮੰਨਿਆ ਜਾਂਦਾ ਹੈ, ਤੂੰ ਉਹ ਪਵਿੱਤਰ ਪਾਣੀ ਹੀ ਪੀਵੇਂ, ਨਿਰਮਲ ਜਲ ਹੀ ਪੀਵੇਂ, ਨਿਰਮਲ ਜਲ ਹੀ ਪੀਵੇਂ, ਘੁੱਟ-ਘੁੱਟ ਕਰਕੇ ਨਹੀਂ, ਪੀਵੇਂ ਹੀ, ਔਰ 2 ਵਕਤ ਨਾਵੇਂ, ਗੰਗਾ ਦੇ ਕਿਨਾਰੇ ਤੇ ਹੀ ਵਸ ਜਾਏ, ਹਰ ਵਕਤ ਗੰਗਾ ਵਿੱਚ ਨਾਵੇਂ, ਗੰਗਾ ਦਾ ਹੀ ਤੂੰ ਪਾਣੀ ਪੀਵੇਂ। ਪਰ ਕਬੀਰ ਜੀ ਕਹਿੰਦੇ ਨੇ ਇਸ ਤਰ੍ਹਾਂ ਕੁਛ ਨਹੀਂ ਹੋਣ ਲੱਗਾ, ਨਾ ਤੇਰੇ ਅੰਦਰੋਂ ਇਹ ਵਿਕਾਰ ਜਾਣੇ ਨੇ, ਨਾ ਤੂੰ ਆਤਮਕ ਮੌਤ ਤੋਂ ਬਚ ਸਕਣਾ। ਜੇ ਐਵੇਂ ਹੁੰਦਾ ਤਾਂ ਜਿਹੜੇ ਲੋਕ ਤੀਰਥਾਂ ਦੇ ਕਿਨਾਰੇ ਤੇ ਵਸਦੇ ਨੇ, ਉਹ ਸ਼ਹਿਰ ਬਿਲਕੁਲ ਪਵਿੱਤਰ ਹੋਣੇ ਚਾਹੀਦੇ ਸਨ। ਜਿੰਨੇ ਵੀ ਸ਼ਹਿਰ ਨੇ ਜਿੱਥੇ ਅਸੀਂ ਤੀਰਥਾਂ ਤੇ ਜਾਂਦੇ ਹਾਂ, ਸਾਰੇ ਲੋਕ ਆਪਣੇ ਆਪਣੇ ਧਰਮ ਮੁਤਾਬਕ, ਤਾਂ ਉਹ ਤੀਰਥ ਦੇ ਕਿਨਾਰੇ ਦੇ ਉੱਤੇ ਵਸੇ ਹੋਏ ਸ਼ਹਿਰ ਬਿਲਕੁਲ ਪਵਿੱਤਰ ਹੋਣੇ ਚਾਹੀਦੇ ਸਨ। ਉਸ ਤੀਰਥ ਦੇ ਕਿਨਾਰੇ ਤੇ ਵਸਣ ਵਾਲੇ ਲੋਕਾਂ ਦੇ ਅੰਦਰ ਇਨਸਾਨੀਅਤ ਹੋਣੀ ਚਾਹੀਦੀ ਸੀ। ਪਰ ਆਪ ਵੇਖੋਗੇ ਉਹਨਾਂ ਤੀਰਥਾਂ ਦੇ ਉੱਤੇ ਸਮਾਨ ਤੁਹਾਨੂੰ ਦੂਜੇ ਸ਼ਹਿਰਾਂ ਨਾਲੋਂ ਮਹਿੰਗਾ ਮਿਲੇਗਾ। ਜਿਹੜੀ ਗੜਵੀ ਤੁਸੀਂ ਜਾਂ ਲੋਟਾ ਹੁੰਦਾ ਨਾ, ਇਹ ਆਮ ਤੁਹਾਨੂੰ 60-70 ਦਾ ਜਾਂ 100 ਰੁਪਏ ਦਾ ਮਿਲ ਜਾਂਦਾ ਹੈ ਆਮ ਸ਼ਹਿਰ 'ਚ। ਪਰ ਜਦੋਂ ਤੁਸੀਂ ਗੰਗਾ ਤੇ ਜਾਓਗੇ, ਉਹ ਲੋਟਾ ਤੁਹਾਨੂੰ 150, 200, 250 ਦਾ ਮਿਲੇਗਾ। ਕਿਸੇ ਹੋਰ ਤੀਰਥ ਤੇ ਜਾਓਗੇ, ਸਮਾਨ ਮਹਿੰਗਾ ਮਿਲੇਗਾ। ਤੀਰਥਾਂ ਦੇ ਉੱਤੇ ਲੋਕਾਂ ਦੇ ਕੱਪੜੇ ਚੁੱਕ ਲੈਂਦੇ ਨੇ, ਜੁੱਤੀਆਂ ਚੁੱਕ ਲੈਂਦੇ ਨੇ। ਜੇ ਤੇ ਐਵੇਂ ਹੁੰਦਾ, ਫਿਰ ਉਹ ਲੋਕ ਤੇ ਪਵਿੱਤਰ ਹੋਣੇ ਚਾਹੀਦੇ ਸਨ, ਉਹਨਾਂ ਦੀ ਸੋਚ ਮਹਾਨ ਹੋਣੀ ਚਾਹੀਦੀ ਸੀ। ਔਰ ਜੇ ਤੀਰਥਾਂ ਦੇ ਉੱਤੇ ਨਹਾਣ ਦੇ ਨਾਲ ਕਿਤੇ ਬੰਦੇ ਪਵਿੱਤਰ ਹੁੰਦੀ ਨਾ, ਸੋਚ ਬਦਲਦੀ ਹੁੰਦੀ, ਤਾਂ ਸਾਡਾ ਦੇਸ਼ ਜਿਹੜਾ ਇੰਡੀਆ ਹੈ, ਸਭ ਤੋਂ ਇਮਾਨਦਾਰ ਹੋਣਾ ਚਾਹੀਦਾ ਸੀ। ਕਿਉਂਕਿ ਜਿੰਨੇ ਇੰਡੀਆ ਦੇ ਲੋਕ ਤੀਰਥਾਂ ਤੇ ਨਹਾਉਂਦੇ ਨੇ, ਉਹਨਾਂ ਕੋਈ ਨਹੀਂ ਨਹਾਉਂਦਾ। ਵੱਡੇ ਵੱਡੇ ਪਰਬ ਹੁੰਦੇ ਨੇ, ਲੱਖਾਂ ਲੋਕ ਜਾਂਦੇ ਨੇ, ਔਰ ਹਰ ਧਰਮ ਆਪਣੇ ਆਪਣੇ ਧਰਮ ਮੁਤਾਬਕ ਆਪਣੇ ਆਪਣੇ ਤੀਰਥਾਂ ਤੇ ਨਹਾ ਰਿਹਾ। ਮੈਂ ਕਿਸੇ ਇੱਕ ਦੀ ਗੱਲ ਨਹੀਂ ਕਰ ਰਿਹਾ, ਸਾਰੀ ਸਾਂਝੀ ਗੱਲ ਹੈ। ਔਰ ਸਾਡੇ ਵਿੱਚੋਂ ਵੀ ਕਿੰਨੇ ਲੋਕ ਆ, ਜਿਵੇਂ ਕਲਾਸ ਵਿੱਚ ਆ ਅਸੀਂ ਜਾਂ ਹੋਰ ਲੋਕ ਆ, ਤੇ ਸਾਰੇ ਕਿਸੇ ਨਾ ਕਿਸੇ ਤੀਰਥ ਤੇ 1-1, 2-2, 4-4 ਵਾਰੀ ਨਹਾ ਕੇ ਆਏ ਆ ਨਾ। ਹੁਣ ਅਸੀਂ ਆਪਣੇ ਜਾਤੀ ਤਜਰਬੇ ਤੋਂ ਵੇਖੀਏ ਕਿ ਕੀ ਨਹਾਉਣ ਦੇ ਨਾਲ ਕੋਈ ਫਰਕ ਪਿਆ? ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਦੇ ਵਿੱਚੋਂ ਕੋਈ ਛੁਟਕਾਰਾ ਹੋਇਆ? ਤਾਂ ਕਬੀਰ ਜੀ ਕਹਿੰਦੇ ਨੇ, ਜੇ ਤੂੰ ਗੰਗਾ ਦੇ ਕਿਨਾਰੇ ਯਾਨੀ ਕਿਸੇ ਹੋਰ ਤੀਰਥ ਦੇ ਕਿਨਾਰੇ ਤੇ ਵੀ ਘਰ ਬਣਾ ਲਵੇਂ, ਗੰਗਾ ਦਾ ਹੀ ਪਵਿੱਤਰ ਪਾਣੀ ਪੀਵੇਂ, ਫਿਰ ਵੀ ਬਿਨ ਹਰ ਭਗਤ ਨਾ ਮੁਕਤ ਹੋਏ। ਹਰੀ ਦੀ ਭਗਤੀ ਤੋਂ ਬਿਨਾ, ਭਗਤੀ ਦਾ ਮਤਲਬ ਰੱਬ ਦੀ ਰਜ਼ਾ ਵਿੱਚ ਤੁਰਨਾ, ਰੱਬ ਦੇ ਗੁਣ ਗਾਣੇ। ਭਗਤੀ ਦਾ ਮਤਲਬ ਮਾਲਾ ਫੇਰਨੀ ਔਰ ਸਮਾਧੀਆਂ ਲਾਣੀਆਂ ਨਹੀਂ ਹੈ। ਭਗਤੀ ਦਾ ਮਤਲਬ ਘਰ ਗ੍ਰਸਤ ਨੂੰ ਛੱਡ ਕੇ ਜੰਗਲਾਂ ਵਿੱਚ ਚਲੇ ਜਾਣਾ, ਭੂਰਿਆਂ ਵਿੱਚ ਵੜ ਜਾਣਾ, ਸਮਾਧੀਆਂ ਲਾਣੀਆਂ, ਦਸਮ ਦੁਆਰ ਵਿੱਚ ਪ੍ਰਾਣ ਛੁਡਾਣੇ, ਇਹ ਨਹੀਂ। ਭਗਤੀ ਦਾ ਮਤਲਬ ਰੱਬ ਦੇ ਗੁਣ ਗਾਣੇ, ਰੱਬੀ ਰਜ਼ਾ ਦੇ ਵਿੱਚ ਤੁਰਨਾ। ਬਿਨ ਹਰ ਭਗਤ ਨਾ ਮੁਕਤ ਹੋਏ। ਭਗਤ ਕਬੀਰ ਜੀ ਕਹਿੰਦੇ ਨੇ ਕਿ ਪਿਆਰਿਆ, ਰੱਬੀ ਗੁਣਾਂ ਦੇ ਧਾਰਨੀ ਹੋਣ ਤੋਂ ਬਿਨਾ ਕਦੇ ਵੀ ਤੇਰੀ ਵਿਕਾਰਾਂ ਤੋਂ ਖਲਾਸੀ ਨਹੀਂ ਹੋ ਸਕਦੀ। ਇਹ ਹਰਿਆਰਾ ਤਾਲ ਦੀ ਜਿਹੜੀ ਪਿਛਲੇ ਸ਼ਲੋਕ ਵਿੱਚ ਗੱਲ ਕਰ ਰਹੇ ਹਾਂ, ਉਹਨਾਂ ਤੋਂ ਮੁਕਤੀ ਨਹੀਂ ਹੋ ਸਕਦੀ। ਇਉਂ ਕਹੇ ਰਮੇ ਕਬੀਰ। ਕਬੀਰ ਜੀ ਕਹਿੰਦੇ ਨੇ, ਮੈਂ ਇਹ ਗੱਲ ਕਹਿੰਦਾ ਹਾਂ, ਔਰ ਇਹ ਗੱਲ ਕਹਿ ਕੇ, ਇਹ ਗੱਲ ਦੱਸ ਕੇ। ਇਉਂ ਕਹੇ ਦਾ ਮਤਲਬ ਇਹ ਗੱਲ ਦੱਸ ਕੇ। ਰਮੇ ਕਬੀਰ ਦਾ ਮਤਲਬ, ਰਮੇ ਦਾ ਮਤਲਬ ਰਮਦਾ ਹੈ, ਯਾਨੀ ਰੱਬ ਦੇ ਗੁਣ ਗਾਉਂਦਾ ਹੈ। ਕਬੀਰ ਜੀ ਕਹਿੰਦੇ ਨੇ, ਮੈਂ ਤਾਂ ਰੱਬ ਦੇ ਗੁਣ ਗਾਉਂਦਾ ਹਾਂ। ਤਾਂ ਜਿਹੜਾ ਲੱਖ ਅਹੇਰੀ ਏਕ ਜੀਓ, ਜਿਹੜੇ ਲੱਖਾਂ ਸ਼ਿਕਾਰੀ ਨੇ, ਕਾਮ, ਕ੍ਰੋਧ, ਲੋਭ ਆਦਿਕ, ਜਿਨ੍ਹਾਂ ਦੇ ਵਿੱਚ ਸਾਡੀ ਨਿਮਾਣੀ ਦੀ ਜਿੰਦ ਫਸੀ ਹੋਈ ਹੈ, ਇਹਨਾਂ ਤੋਂ ਬਚਣ ਵਾਸਤੇ ਰੱਬੀ ਗੁਣ ਸਾਡੀ ਸਹਾਇਤਾ ਕਰ ਸਕਦੇ ਨੇ। ਰੱਬੀ ਰਜ਼ਾ ਦੇ ਅੰਦਰ ਤੁਰ ਕੇ ਬੰਦਾ ਇਹਨਾਂ ਵਿਕਾਰਾਂ ਤੋਂ ਬੜੇ ਸੁਖੈਨ ਢੰਗ ਦੇ ਨਾਲ ਬਚ ਸਕਦਾ, ਬੜੇ ਸੌਖੇ ਢੰਗ ਨਾਲ। ਔਰ ਇਹ ਗੱਲਾਂ ਅਸੀਂ ਹਰ ਰੋਜ਼ ਐਕਸਪਲੇਨ ਕਰ ਰਹੇ ਹਾਂ। ਜਿਵੇਂ ਮੰਨ ਲਓ ਇੱਕ ਬੰਦਾ ਸੱਚ ਬੋਲਣਾ ਸ਼ੁਰੂ ਕਰ ਦੇਵੇ ਤੇ ਝੂਠ ਤੋਂ ਆਪ ਹੀ ਬਚ ਜਾਏਗਾ। ਜੇ ਅਸੀਂ ਪ੍ਰੇਮ ਨਾਲ ਰਹਿਣਾ ਸ਼ੁਰੂ ਕਰ ਦੇਈਏ ਤੇ ਕ੍ਰੋਧ ਔਰ ਵੈਰ ਵਿਰੋਧ ਆਪੇ ਹੀ ਖਤਮ ਹੋ ਜਾਏਗਾ। ਜੇ ਬੰਦਾ ਦਇਆ ਕਰਨੀ ਸ਼ੁਰੂ ਕਰ ਦੇਵੇ, ਇੱਕ ਦੂਜੇ ਦਾ ਸਹਿਯੋਗ ਕਰਨਾ ਸ਼ੁਰੂ ਕਰ ਦੇਵੇ, ਤਾਂ ਲੱਤਾਂ ਖਿੱਚਣੀਆਂ ਆਪੇ ਹੀ ਬੰਦ ਹੋ ਜਾਣਗੀਆਂ। ਇਸ ਲਈ ਭਗਤ ਕਬੀਰ ਜੀ ਕਹਿੰਦੇ ਨੇ, ਮੈਂ ਇਹ ਗੱਲ ਦਾਅਵੇ ਨਾਲ ਕਹਿਣਾ,
ਕਿ ਬੇਸ਼ੱਕ ਤੂੰ ਕਿਸੇ ਤੀਰਥ ਤੇ ਗੰਗਾ ਦੇ ਕਿਨਾਰੇ ਤੇ ਹੀ ਘਰ ਬਣਾ ਲੈ, ਗੰਗਾ ਦਾ ਹੀ ਪਵਿੱਤਰ ਪਾਣੀ ਪੀਂਦਾ ਰਹੋ, ਪਰ ਜੇ ਤੂੰ ਰੱਬੀ ਗੁਣਾਂ ਦਾ ਧਾਰਨੀ ਨਹੀਂ, ਰੱਬੀ ਰਜਾ ਦੇ ਵਿੱਚ ਨਹੀਂ ਤੁਰਦਾ, ਤਾਂ ਤੇਰੀ ਮੁਕਤੀ ਨਹੀਂ ਹੋਏਗੀ, ਵਿਕਾਰਾਂ ਤੋਂ ਖਲਾਸੀ ਨਹੀਂ ਹੋਏਗੀ। ਇਉਂ ਕਹੇ ਕਬੀਰ ਜੀ ਕਹਿੰਦੇ ਨੇ, ਮੈਂ ਇਹ ਗੱਲ ਦਾਅਵੇ ਨਾਲ ਕਹਿੰਦਾ ਹਾਂ, ਰਮੇ ਕਬੀਰ ਤੇ ਨਾਲ ਮੈਂ ਰੱਬ ਦੇ ਗੁਣ ਗਾਉਂਦਾ ਹਾਂ, ਰੱਬੀ ਗੁਣਾਂ ਨੂੰ ਧਾਰਨ ਕਰਦਾ ਹਾਂ। ਹੁਣ ਅਗਲਾ ਸ਼ਲੋਕ ਦੇਖੋ, ਇਹਨਾਂ ਦੇ ਨਾਲ ਹੀ ਰਿਲੇਟ ਹੈ ਕਿ ਜਦੋਂ ਰੱਬੀ ਗੁਣ ਗਾਵਾਂਗੇ ਤਾਂ ਮਨ ਨਿਰਮਲ ਹੋ ਜਾਏਗਾ। ਕਬੀਰ ਮਨ ਨਿਰਮਲ ਭਇਆ, ਇੱਥੇ ਮਨ ਦੇ ਨੰਨੇ ਥੱਲੇ ਵੀ ਔਂਕੜ ਹੈ ਤੇ ਨਿਰਮਲ ਦੇ ਲੱਲੇ ਥੱਲੇ ਵੀ ਔਂਕੜ ਹੈ, ਕਿਉਂਕਿ ਮਨ ਜਿਹੜਾ ਹੈ ਇਕਵਚਨੀ ਸ਼ਬਦ ਹੈ ਤੇ ਨਿਰਮਲ ਇਸ ਦਾ ਵਿਸ਼ੇਸ਼ਣ ਹੈ। ਜਿਵੇਂ ਮੈਂ ਗਰੁੱਪ ਦੇ ਵਿੱਚ ਪਾਇਆ ਹੋਇਆ ਨਾ ਕਿ ਜੋ ਨਾਉਨ ਸਿੰਗੂਲਰ ਹੋਏਗੀ ਉਹਦਾ ਜਿਹੜਾ ਵਿਸ਼ੇਸ਼ਣ ਹੈ ਉਹ ਵੀ ਸਿੰਗੂਲਰ ਵੀ ਹੋਏਗਾ ਔਰ ਨਾਲ ਉਹ ਪੁਲਿੰਗ ਵੀ ਹੋਏਗਾ, ਉਹਦਾ ਵੀ ਔਂਕੜ ਆਏਗਾ। ਜਿਹੜਾ ਪੁਲਿੰਗ ਨਾਉਨ ਹੋਏਗੀ ਉਹਦਾ ਜੋ ਵਿਸ਼ੇਸ਼ਣ ਹੈ ਉਹ ਵੀ ਪੁਲਿੰਗ ਹੋਏਗਾ। ਨਿਰਮਲ ਇੱਥੇ ਪੁਲਿੰਗ ਹੈ, ਮਨ ਦਾ ਜਿਹੜਾ ਨਿਰਮਲ ਹੈ ਇਹ ਵਿਸ਼ੇਸ਼ਣ ਹੈ। ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ ਪਾਛੈ ਲਾਗੂ ਹਰ ਫਿਰੈ, ਕਹਿਤ ਕਬੀਰ ਕਬੀਰ। ਹੁਣ ਜਿਹੜਾ ਮਨ ਹੈ ਨਾ, ਰੱਬੀ ਗੁਣ ਗਾ ਕੇ ਇਉਂ ਕਹਿ ਰਮੇ ਕਬੀਰ, ਕਿ ਰੱਬੀ ਗੁਣ ਗਾ ਕੇ ਰੱਬ ਦੀ ਰਜਾ ਵਿੱਚ ਤੁਰ ਕੇ ਮਨ ਨਿਰਮਲ ਹੋ ਗਿਆ। ਮਨ ਦਾ ਮਤਲਬ ਮੈਂਟੈਲਿਟੀ, ਸਾਡੀ ਸੋਚ। ਅਸਲ ਦੇ ਅੰਦਰ ਜੇ ਬੰਦੇ ਦੀ ਸੋਚ ਮਾੜੀ ਹੈ ਨਾ, ਤਾਂ ਉਸ ਬੰਦੇ ਦੇ ਬੋਲ ਵੀ ਮਾੜੇ ਹੋਣਗੇ, ਉਹਦਾ ਬਿਹੇਵੀਅਰ, ਉਹਦਾ ਵਿਹਾਰ ਵੀ ਮਾੜਾ ਹੋਏਗਾ, ਉਹਦੇ ਕਰਮ ਵੀ ਮਾੜੇ ਹੋਣਗੇ। ਤੇ ਜਿਸ ਦੀ ਸੋਚ ਪਵਿੱਤਰ ਹੈ, ਸਾਫ਼ ਸੁਥਰੀ ਹੈ, ਉਹਦੇ ਬੋਲ ਵੀ ਪਿਆਰ ਮੁਹੱਬਤ ਵਾਲੇ ਹੋਣਗੇ, ਪੋਜ਼ਿਟਿਵ ਹੋਣਗੇ, ਸਕਾਰਾਤਮਕ ਹੋਣਗੇ, ਚੜ੍ਹਦੀ ਕਲਾ ਵਾਲੇ, ਸਰਬੱਤ ਦੇ ਭਲੇ ਵਾਲੇ ਹੋਣਗੇ। ਔਰ ਜਿਹਦੀ ਸੋਚ ਨਿਰਮਲ ਹੋਏਗੀ ਉਹਦਾ ਵਿਹਾਰ ਵੀ ਸਰਬੱਤ ਦੇ ਭਲੇ ਵਾਲਾ ਹੋਏਗਾ। ਉਹਦੇ ਜੀਵਨ ਵਿੱਚ ਸੇਵਾ ਭਾਵ ਹੋਏਗਾ, ਸਹਿਯੋਗ ਹੋਏਗਾ, ਪਿਆਰ ਮੁਹੱਬਤ ਹੋਏਗਾ, ਉਹ ਹਰ ਇਨਸਾਨ ਦੇ ਨਾਲ ਰੱਬ ਵਰਗਾ ਪਿਆਰ ਸਤਿਕਾਰ ਕਰੇਗਾ। ਤਾਂ ਕਬੀਰ ਜੀ ਕਹਿੰਦੇ ਨੇ, ਰੱਬੀ ਗੁਣ ਗਾ ਕੇ ਮੇਰਾ ਮਨ ਗੰਗਾ ਦੇ ਨੀਰ ਵਰਗਾ ਪਵਿੱਤਰ ਹੋ ਗਿਆ, ਯਾਨੀ ਮੇਰਾ ਮਨ, ਮੇਰੀ ਸੋਚ ਪਵਿੱਤਰ ਹੋ ਗਈ ਹੈ। ਤੇ ਹੁਣ ਸੋਚ ਪਵਿੱਤਰ ਹੋਣ ਦਾ ਰਿਜ਼ਲਟ ਕੀ ਨਿਕਲਿਆ? ਦੇਖੋ ਕਿੰਨੇ ਦਾਅਵੇ ਦੇ ਨਾਲ ਕਹਿ ਰਹੇ ਨੇ, ਰਿਜ਼ਲਟ ਕੀ ਨਿਕਲਿਆ? ਪਾਛੈ ਲਾਗੋ ਹਰ ਫਿਰੈ, ਰੱਬ ਮੇਰੇ ਪਿੱਛੇ ਪਿੱਛੇ ਤੁਰਿਆ ਫਿਰਦਾ ਹੈ। ਕਹਿਤ ਕਬੀਰ ਕਬੀਰ, ਕਬੀਰ ਕਬੀਰ ਕਰਕੇ ਮੈਨੂੰ ਆਵਾਜ਼ਾਂ ਮਾਰਦਾ ਪਿਆ। ਤਾਂ ਦੇਖੋ ਭਾਈ ਸਾਹਿਬ ਸਿੰਘ ਜੀ ਜੋ ਅਰਥ ਕਰਦੇ ਨੇ, ਤਾਂ ਪ੍ਰਭੂ ਮੈਨੂੰ ਕਬੀਰ ਕਬੀਰ ਆਖ ਕੇ ਮੇਰੇ ਪਿੱਛੇ ਪਿੱਛੇ ਤੁਰਿਆ ਫਿਰੇਗਾ, ਯਾਨੀ ਰੱਬ ਤੁਹਾਨੂੰ ਆਪ ਆਵਾਜ਼ ਮਾਰ ਕੇ ਮਿਲੇਗਾ ਜੇ ਮਨ ਨਿਰਮਲ ਹੋ ਜਾਏ। ਤੇ ਜੇ ਮਨ ਨਿਰਮਲ ਨਹੀਂ ਤੇ ਕੁਛ ਵੀ ਨਹੀਂ। ਮਨ ਨਿਰਮਲ ਹੋਏਗਾ ਤਾਂ ਸਾਨੂੰ ਇੱਕ ਦੂਜੇ ਦੇ ਵਿੱਚ ਰੱਬ ਦਿਸੇਗਾ। ਅਸੀਂ ਵੈਸੇ ਕਹਿ ਸਾਰੇ ਦਿੰਦੇ ਹਾਂ, ਸਭ ਮੈਂ ਜੋਤ ਜੋਤ ਹੈ ਸੋਏ। ਇਹ ਪੰਕਤੀ ਸਾਨੂੰ ਸਾਰਿਆਂ ਨੂੰ ਯਾਦ ਵੀ ਹੈ, ਇਹਦੇ ਮੀਨਿੰਗ ਦਾ ਵੀ ਪਤਾ ਹੈ, ਪਰ ਅਮਲ ਨਹੀਂ ਜ਼ਿੰਦਗੀ ਵਿੱਚ। ਸਭ ਮੈਂ ਜੋਤ ਜੋਤ ਹੈ ਸੋਏ, ਸਾਰਿਆਂ ਵਿੱਚ ਰੱਬ ਦੀ ਜੋਤ ਹੈ। ਜੇ ਅਸੀਂ ਇਸ ਚੀਜ਼ ਨੂੰ ਮੰਨਦੇ ਹੋਈਏ ਤਾਂ ਫਿਰ ਸਾਡਾ ਸਾਰਿਆਂ ਦਾ ਵਿਹਾਰ ਇੱਕ ਦੂਜੇ ਦੇ ਨਾਲ ਰੱਬ ਵਰਗਾ ਚਾਹੀਦਾ ਹੈ, ਪਰ ਐਸਾ ਹੈ ਨਹੀਂ ਨਾ। ਤਾਂ ਜਿਸ ਦਿਨ ਮਨ ਨਿਰਮਲ ਹੋ ਗਿਆ, ਉਸ ਦਿਨ ਰੱਬ ਪਿੱਛੇ ਪਿੱਛੇ ਆਵਾਜ਼ਾਂ ਮਾਰਦਾ ਫਿਰੇਗਾ। ਕਬੀਰ ਹਰਦੀ ਪੀਰੀ ਚੂਨਾ ਊਜਲ ਪਾਏ, ਤਾਂ ਇੱਥੇ ਹੁਣ ਪ੍ਰੀਤ ਦੀ ਗੱਲ ਕਰ ਰਹੇ ਨੇ ਕਿ ਰੱਬ ਦੇ ਨਾਲ ਸਾਡੀ ਪ੍ਰੀਤ ਕੈਸੀ ਹੋਏਗੀ। ਕਬੀਰ ਇੱਥੇ ਰੁਕਾਂਗੇ। ਹਰਦੀ ਪੀਰੀ, ਪੀਰੀ ਦਾ ਮਤਲਬ ਪੀਲੀ, ਹਰਦੀ ਦਾ ਮਤਲਬ ਹਲਦੀ, ਊਜਲ ਪਾਏ ਇਹਦਾ ਮਤਲਬ ਹੈ ਚਿੱਟੇ ਰੰਗ, ਚਿੱਟਾ। ਕਬੀਰ ਜੀ ਕਹਿੰਦੇ ਨੇ ਹਲਦੀ ਪੀਲੇ ਰੰਗ ਦੀ ਹੁੰਦੀ ਹੈ ਤੇ ਚੂਨਾ ਸਫੇਦ ਰੰਗ ਦਾ ਹੁੰਦਾ ਹੈ। ਕਬੀਰ ਹਰਦੀ ਪੀਰੀ ਚੂਨਾ ਉਜਲ ਪਾਏ, ਉਜਲ ਪਾਏ ਦਾ ਮਤਲਬ ਬਿਲਕੁਲ ਸਫੇਦ। ਦੇਖੋ ਪਿਆਰ ਕੈਸਾ ਹੋਣਾ ਚਾਹੀਦਾ ਹੈ, ਰੱਬੀ ਭਗਤੀ ਕੈਸੀ ਹੈ, ਔਰ ਜਦੋਂ ਅਸੀਂ ਰੱਬੀ ਗੁਣਾਂ ਦੇ ਨਾਲ ਪਿਆਰ ਕਰਦੇ ਹਾਂ ਤਾਂ ਸਾਡੀ ਦਸ਼ਾ ਕੈਸੀ ਹੁੰਦੀ ਹੈ? ਪਿਆਰ ਦਾ ਸ਼ਿਖਰ ਹੈ। ਅਸੀਂ ਦੁਨਿਆਵੀ ਜੋ ਪ੍ਰੇਮ ਹੈ ਸਾਡਾ, ਸਾਡੇ ਭੈਣਾਂ ਨੇ, ਭਰਾ ਨੇ, ਸੱਜਣ ਮਿੱਤਰ ਨੇ, ਨਾਨਕੇ ਦਾਦਕੇ ਸਹੁਰੇ ਨੇ, ਰਿਸ਼ਤੇਦਾਰ ਨੇ, ਚੌਗਿਰਦਾ ਹੈ ਸਾਡਾ ਸਮਾਜ, ਤਾਂ ਅਸੀਂ ਆਮ ਕਹਿ ਦਿੰਦੇ ਹਾਂ ਕਿ ਮੇਰਾ ਤੁਹਾਡੇ ਨਾਲ ਬੜਾ ਪਿਆਰ ਹੈ, ਆਈ ਲਵ ਯੂ, ਆਮ ਕਹਿੰਦੇ ਹਾਂ। ਬੰਦਾ ਮੇਰਾ ਬੈਸਟ ਫਰੈਂਡ ਹੈ, ਫਰੈਂਡਸ਼ਿਪ ਦੀ ਗੱਲ, ਦੋਸਤੀ ਦੀ ਕਰਦੇ ਹਾਂ।
पर इस चीज ते परख ना। कबीर हरदी पियरी चूना उजल पाए कि हल्दी ਜਿਹੜੀ ਉਹ ਪੀਲੀ ਹੁੰਦੀ ਹੈ ਤੇ ਚੂਨਾ ਸਫੇਦ ਰੰਗ ਦਾ ਹੁੰਦਾ ਹੈ। ਹੁਣ ਇਹ ਦੋਵਾਂ ਦੇ ਰੰਗ ਅਲੱਗ ਨੇ, ਦੋਵਾਂ ਦੇ ਗੁਣ ਅਲੱਗ ਨੇ। ਜਦੋਂ ਇਹਨਾਂ ਦੋਵਾਂ ਨੂੰ ਮਿਲਾ ਦੇਈਏ ਤਾਂ ਰਾਮ ਸਨੇਹੀ ਤਉ ਮਿਲੇ ਦੋਨੋਂ ਬਰਨ ਗਵਾਏ। ਬਰਨ ਦਾ ਮਤਲਬ ਰੰਗ, ਗਵਾਏ ਦਾ ਮਤਲਬ ਖਤਮ ਕਰ ਦੇਵੇ, ਸਨੇਹੀ ਦਾ ਮਤਲਬ ਸਨੇਹ ਕਰਨ ਵਾਲਾ, ਪਿਆਰ ਕਰਨ ਵਾਲਾ। ਤਾਂ ਜੋ ਪ੍ਰਭੂ ਦੇ ਨਾਲ ਪਿਆਰ ਕਰਨ ਵਾਲਾ ਮਨੁੱਖ ਹੈ ਨਾ, ਰਾਮ ਸਨੇਹੀ ਦਾ ਮਤਲਬ ਰੱਬ ਦੇ ਨਾਲ ਪਿਆਰ ਕਰਨ ਵਾਲਾ, ਤੋ ਮਿਲੇ ਤਾਂ ਰੱਬ ਦੇ ਨਾਲ ਮਿਲ ਸਕਦਾ ਹੈ। ਦੋਨੋਂ ਬਰਨ ਗਵਾਏ, ਜਦੋਂ ਚੂਨੇ ਨੂੰ ਔਰ ਹਲਦੀ ਨੂੰ ਮਿਲਾਇਆ ਜਾਂਦਾ ਹੈ ਤਾਂ ਇੱਕ ਲਾਲ ਜਿਹਾ ਰੰਗ, ਸਾਵਾ ਜਿਹਾ ਪੈਦਾ ਹੋ ਜਾਂਦਾ ਹੈ, ਲਾਲ ਜਿਹਾ ਰੰਗ ਬਣ ਜਾਂਦਾ ਹੈ। ਹਲਦੀ ਪੀਲੀ ਨਹੀਂ ਰਹਿੰਦੀ, ਚੂਨਾ ਚਿੱਟਾ ਨਹੀਂ ਰਹਿੰਦਾ, ਲਾਲ ਜਿਹਾ ਰੰਗ ਬਣ ਜਾਂਦਾ ਹੈ। ਤਾਂ ਕਬੀਰ ਜੀ ਕਹਿੰਦੇ ਨੇ ਰੱਬ ਦੇ ਨਾਲ ਪਿਆਰ ਕਰਨ ਵਾਲਾ ਬੰਦਾ ਤਾਂ ਮਿਲ ਸਕਦਾ ਹੈ ਜੇ ਜਾਤ ਔਰ ਵਰਨ ਦਾ ਵਿਤਕਰਾ ਮਿਟਾ ਦੇਵੇ ਕਿ ਇਹ ਉੱਚੀ ਜਾਤ ਦਾ ਹੈ, ਇਹ ਨੀਵੀਂ ਜਾਤ ਦਾ ਹੈ, ਇਹ ਮੇਰਾ ਆਪਣਾ ਹੈ, ਇਹ ਬੇਗਾਨਾ ਹੈ। ਆਪਣੇ ਔਰ ਬੇਗਾਨੇ ਦੇ ਭੇਦਭਾਵ, ਜਾਤੀਵਾਦ ਦੇ ਭੇਦਭਾਵ ਜਦੋਂ ਇਹ ਮਿਟਣਗੇ ਰੱਬ ਤਾਂ ਮਿਲੇਗਾ। ਹੁਣ ਦੇਖੋ ਲੋਕ ਕਿੰਨਾ ਨਾਮ ਜਪ ਰਹੇ ਨੇ, ਕੋਈ ਵਾਹਿਗੁਰੂ, ਰਾਮ, ਅੱਲਾ। ਮੈਂ ਉਹਨਾਂ ਦਾ ਵਿਰੋਧੀ ਨਹੀਂ ਹਾਂ। ਕਿੰਨੇ ਲੋਕ ਧਰਮ ਦੀ ਦੁਨੀਆ ਵਿੱਚ ਵਿਚਰ ਰਹੇ ਨੇ, ਜਿਹਦੇ ਵਿੱਚ ਮੈਂ ਵੀ ਸ਼ਾਮਲ ਹਾਂ, ਤੁਸੀਂ ਵੀ ਸਾਰੇ ਵੀਰ ਭੈਣਾਂ ਸ਼ਾਮਲ ਹੋ। ਤੇ ਜਦੋਂ ਅਸੀਂ ਰੱਬ ਦੀ ਗੱਲ ਕਰਦੇ ਹਾਂ, ਜਿਸ ਰੱਬ ਦੀ ਗੱਲ ਕਰਦੇ ਹਾਂ, ਕੀ ਉਹ ਸਾਨੂੰ ਮਿਲਿਆ? ਤਾਂ ਇੱਕੋ ਹੀ ਜਵਾਬ ਹੋਏਗਾ ਕਿ ਨਹੀਂ ਮਿਲਿਆ। ਰੀਜਨ ਕੀ ਹੈ? ਮਿਲਣਾ ਰੱਬ ਨੂੰ ਚਾਹੁੰਦੇ ਹਾਂ, ਪਰ ਮੇਰ ਤੇਰ ਦੇ ਵਿਤਕਰੇ ਖਤਮ ਨਹੀਂ ਕਰਨਾ ਚਾਹੁੰਦੇ, ਜਾਤੀਵਾਦ ਅਸੀਂ ਖਤਮ ਨਹੀਂ ਕਰਨਾ ਚਾਹੁੰਦੇ। ਸਾਡੇ ਨਾਮਾਂ ਦੇ ਪਿੱਛੇ ਸਰਨੇਮ ਲੱਗੇ ਹੋਏ ਨੇ ਤੇ ਉਹਦੇ ਵਾਸਤੇ ਫਿਰ ਅਸੀਂ ਕਈ ਸਾਰੇ ਬਹਾਨੇ ਲੱਭਨੇ ਆ ਜੀ। ਇੱਕ ਪਿੰਡ ਦੇ ਵਿੱਚ ਜੇ ਦੋ ਬੰਦੇ ਹੋਣ ਤਾਂ ਪਤਾ ਨਹੀਂ ਲੱਗਦਾ। ਇੱਥੇ ਜੀ ਕਾਨੂੰਨੀ ਤੌਰ ਤੇ ਚਲੋ ਕਾਨੂੰਨੀ ਅੜਚਨਾ ਕਈ ਸਾਰੀਆਂ ਹੈ ਨੇ, ਪਰ ਜਿਨ੍ਹਾਂ ਨੇ ਨਹੀਂ ਲਾਏ ਉਹਨਾਂ ਨੂੰ, ਗੱਲ ਇਹ ਨਹੀਂ ਹੈ ਕਿ ਕਾਨੂੰਨੀ ਜਾਂ ਦੂਜੇ ਅਸੀਂ ਪਿੰਡਾਂ ਦਾ ਨਾਮ ਜਾਂ ਕੁਝ ਵੀ ਰੱਖ ਸਕਦੇ ਹਾਂ ਜਾਂ ਜੋ ਵੀ ਹੈ, ਲੇਕਿਨ ਗੱਲ ਹੈ ਕਿ ਫਿਰ ਵੀ ਅਸੀਂ ਕਿਤੇ ਨਾ ਕਿਤੇ ਜਾਤੀਵਾਦ ਨੂੰ ਮੰਨਦੇ ਹਾਂ। ਅਸੀਂ ਜਾਤਾਂ ਦਾ ਭੇਦ ਕਰਦੇ ਹਾਂ, ਇਹ ਪ੍ਰਤੱਖ ਹੈ। ਕੁਝ ਲੋਕ ਨੇ ਜਿਹੜੇ ਨਹੀਂ ਕਰਦੇ, ਬਹੁ ਗਿਣਤੀ ਜਿਹੜੀ ਹੈ ਜਾਤੀਵਾਦ ਦੇ ਵਿੱਚ ਫਸੀ ਹੋਈ ਹੈ। ਇੰਡੀਆ ਦੇ ਅੰਦਰ ਕਿੰਨੀਆਂ ਸਾਰੀਆਂ ਖਬਰਾਂ ਆਉਂਦੀਆਂ ਨੇ ਕਿ ਫਲਾਂ ਜਗ੍ਹਾ ਤੇ ਇੱਕ ਦਲਿਤ ਆਦਮੀ ਸੀ ਤੇ ਉਹ ਘੋੜੀ ਤੇ ਚੜ੍ਹ ਕੇ ਬਰਾਤ 'ਚ ਜਾਣ ਲੱਗੇ ਤੇ ਉਹਨਾਂ ਦੀ ਮਾਰ ਕੁਟਾਈ ਜਿਹੜੀ ਕੀਤੀ ਗਈ ਤੇ ਲਾੜੇ ਨੂੰ ਜ਼ਖਮੀ ਕੀਤਾ ਗਿਆ। ਪਿੱਛੇ ਆਪਨੇ ਕਾਫੀ ਪਿੱਛੇ ਦੀ ਖਬਰ ਹੈ, ਇੱਕ ਬੀਬੀ ਪੁਲਿਸ ਵਿੱਚ ਸੀ ਤੇ ਉਹਦੇ ਪਤੀ ਨੇ ਘੋੜੀ ਤੇ ਚੜ੍ਹ ਕੇ ਆਉਣਾ ਸੀ, ਉਹਨੂੰ ਵੀ ਉਹਨਾਂ ਨੇ ਜਾਤੀਵਾਦ ਕਰਕੇ ਨਹੀਂ ਸੀ ਆਉਣ ਦਿੱਤਾ ਕਿਉਂਕਿ ਉਹ ਖੋਤੀ ਛੋਟੀ ਜਾਤ ਦੇ ਸਨ। ਅੱਜ ਵੀ ਇਹ ਵਿਤਕਰੇ ਨੇ ਤੇ ਐਸੇ ਜਿਹੜੇ ਵਿਤਕਰੇ ਕਰਨ ਵਾਲੇ ਨੇ, ਜੇ ਉਹ ਕਹਿਣ ਵੀ ਰਾਮ ਅੱਲਾ ਕਹਿ ਕੇ ਅਸੀਂ ਰੱਬ ਨੂੰ ਮਿਲ ਲਵਾਂਗੇ, ਕਿਵੇਂ ਮਿਲ ਲੈਣਗੇ? ਜਾਤ ਵਰਨ ਖਤਮ ਹੋ ਜਾਂਦੀ ਜਿੱਥੇ ਪ੍ਰੀਤ ਹੁੰਦੀ ਹੈ। ਹਲਦੀ ਔਰ ਚੂਨੇ ਤੋਂ ਸਿੱਖੋ ਪਿਆਰ ਕਰਨਾ। ਜਦੋਂ ਦੋਵੇਂ ਮਿਲਦੇ ਨੇ, ਚੂਨਾ ਚਿੱਟਾ ਨਹੀਂ ਰਹਿੰਦਾ, ਹਲਦੀ ਪੀਲੀ ਨਹੀਂ ਰਹਿੰਦੀ, ਦੋਵੇਂ ਹੀ ਲਾਲ ਰੰਗ ਦੇ ਹੋ ਜਾਂਦੇ ਨੇ। ਤਾਂ ਰਾਮ ਸਨੇਹੀ ਤਉ ਮਿਲੇ ਜੋ ਦੋਨੋਂ ਬਰਨ ਗਵਾਏ। ਜਦੋਂ ਜਾਤੀਵਾਦ ਔਰ ਮੇਰ ਤੇਰ ਦੇ ਵਿਤਕਰੇ ਕੋਈ ਖਤਮ ਕਰਦਾ ਤਾਂ ਰੱਬ ਨਾਲ ਮਿਲਾਪ ਹੁੰਦਾ ਹੈ, ਤਾਂ ਅਸੀਂ ਇੱਕ ਦੂਜੇ ਨਾਲ ਰੱਬ ਵਰਗਾ ਪਿਆਰ ਮੁਹੱਬਤ ਕਰ ਸਕਦੇ ਹਾਂ। ਅਗਲਾ ਬਚਨ ਕਰਦੇ ਨੇ, ਕਬੀਰ ਹਰਦੀ ਪੀਰਤਨ ਹਰੈ ਚੂਨ ਚਿਹਨ ਨਾ ਰਹਾਏ। ਬਲਿਹਾਰੀ ਇਹ ਪ੍ਰੀਤ ਕੋ ਜਿਹ ਜਾਤ ਬਰਨ ਕੁੱਲ ਜਾਏ। ਪੀਰਤਨ ਦਾ ਮਤਲਬ ਪੀਲਤਨ, ਇਹਨੂੰ ਪੜਨਾ ਹੈ ਪੀਰਤਨ, ਰਾਰੇ ਉੱਤੇ ਥੋੜਾ ਜਿਹਾ ਅੱਧਕ ਲਗਾ ਕੇ। ਪੀਰਤਨ ਦਾ ਮਤਲਬ ਪੀਲਾਪਨ, ਹਰੇ ਦਾ ਮਤਲਬ ਦੂਰ ਕਰ ਦਿੰਦੀ ਹੈ। ਚੂਨ ਚਿਹਨ ਦਾ ਮਤਲਬ ਚੂਨੇ ਦਾ ਚਿਹਨ, ਚੂਨੇ ਦਾ ਚਿੱਟਾ ਰੰਗ। ਨਾ ਰਹਾਏ ਦਾ ਮਤਲਬ ਨਹੀਂ ਰਹਿੰਦਾ। ਹੁਣ ਜਦੋਂ ਚੂਨਾ ਔਰ ਹਲਦੀ ਦੋਵਾਂ ਨੂੰ ਮਿਲਾਇਆ ਜਾਂਦਾ ਹੈ ਤਾਂ ਹਲਦੀ ਆਪਣਾ ਪੀਲਾਪਨ ਛੱਡ ਦਿੰਦੀ ਹੈ, ਚੂਨਾ ਆਪਣਾ ਚਿੱਟਾਪਨ ਛੱਡ ਦਿੰਦਾ ਹੈ। ਬਲਿਹਾਰੀ ਇਹ ਪ੍ਰੀਤ ਕੋ, ਕਬੀਰ ਜੀ ਕਹਿੰਦੇ ਨੇ ਮੈਂ ਸਦਕੇ ਹਾਂ ਇਹੋ ਜੀ ਪ੍ਰੀਤ ਤੋਂ ਜਿਹ ਜਾਤ ਵਰਨ ਕੁਲ ਜਾਏ। ਜਿਹਦਾ ਸਦਕਾ ਉੱਚੀ ਨੀਵੀਂ ਜਾਤ ਔਰ ਵਰਨ ਤੇ ਕੁਲ ਦਾ ਭੇਦ ਭਾਵ ਮਿਟ ਜਾਂਦਾ ਹੈ। ਤਾਂ ਭਗਤ ਕਬੀਰ ਜੀ ਸਾਨੂੰ ਇਹ ਸਮਝਾ ਰਹੇ ਹਨ ਵਾਰ-ਵਾਰ ਕਿ ਕੋਈ ਜਾਤ ਕਰਕੇ ਉੱਚਾ ਨਹੀਂ ਹੁੰਦਾ, ਕੋਈ ਜਾਤ ਕਰਕੇ ਨੀਵਾਂ ਨਹੀਂ ਹੁੰਦਾ, ਕੋਈ ਕੁਲ ਕਰਕੇ ਉੱਚਾ ਔਰ ਨੀਵਾਂ ਨਹੀਂ ਹੁੰਦਾ। ਕਿ ਕੋਈ ਵੱਡੀ ਉੱਚੀ ਕੁਲ ਵਿੱਚ ਜੰਮਿਆ ਹੈ ਤੇ ਇਸ ਕਰਕੇ ਉਹ ਉੱਚਾ ਹੈ। ਉਹਦੇ ਕਰਮ ਵੇਖੇ ਜਾਣਗੇ, ਉਹਦੇ ਬੋਲ, ਉਹਦਾ ਬਿਹੇਵੀਅਰ, ਉਹਦੀ ਸੋਚ ਤੋਂ
परखिया जाएगा कि कौन उच्चा और कौन नीवा है। सोच तो ਇਹ ਨਹੀਂ ਕਿ ਫਲਾਂ ਜਾਤ ਦੇ ਅੰਦਰ ਬੰਦਾ ਪੈਦਾ ਹੋ ਗਿਆ ਤੇ ਉਹ ਵੱਡੀ ਜਾਤ ਦਾ ਤੇ ਦੂਜਾ ਨਾ। ਇੱਥੇ ਤਾਂ ਕਰਮਾਂ ਦੀ ਗੱਲ ਹੈ। ਜੇ ਹਾ ਬੀਜੈ ਸੋ ਲੁਣੈ ਕਰਮਾਂ ਸੰਦਾ ਖੇਤ। ਇੱਥੇ ਤਾਂ ਜੋ ਧਰਮ ਕਮਾਵੇ ਤਿਸ ਧਰਮ ਨਾਉ ਹੋਵੇ ਪਾਪ ਕਮਾਣੇ ਪਾਪੀ ਜਾਣੀਐ। ਤਾਂ ਕਬੀਰ ਜੀ ਕਹਿੰਦੇ ਨੇ ਮੈਂ ਕੁਰਬਾਨ ਹਾਂ ਇਹੋ ਜੀ ਪ੍ਰੀਤ ਤੋਂ ਜਿੱਥੇ ਜਾਤੀ ਔਰ ਮੇਰ ਤੇਰ ਦੇ ਵਿਤਕਰੇ ਮਿਟ ਜਾਂਦੇ ਨੇ। ਤਾਂ ਦੇਖੋ ਜੇ ਮਨੁੱਖਾਂ ਦੇ ਅੰਦਰ ਐਸੀ ਪ੍ਰੀਤ ਬਣ ਜਾਏ, ਇਹ ਜਾਤੀਵਾਦ ਮੇਰ ਤੇਰ ਦੇ ਵਿਤਕਰੇ ਮਿਟ ਜਾਣ, ਤਾਂ ਕਿੰਨਾ ਸੋਹਣਾ ਸਮਾਜ ਹੋ ਸਕਦਾ ਹੈ, ਭਾਈਚਾਰਕ ਸਮਾਜ। ਅਗਲਾ ਬਚਨ ਕਬੀਰ ਜੀ ਕਰਦੇ ਨੇ, ਕਬੀਰ ਮੁਕਤ ਦੁਆਰਾ ਸੰਕੁਰਾ। ਇਹਨੂੰ ਸੰਕਰਾ ਨਹੀਂ ਪੜਨਾ, ਕੱਕੇ ਥੱਲੇ ਔਂਕੜ ਹੈ। ਕਬੀਰ ਮੁਕਤ ਦੁਆਰਾ ਸੰਕੁਰਾ ਰਾਈ ਦਸਵੇਂ ਭਾਏ। ਦਸਵੇਂ ਨਹੀਂ ਕਹਿਣਾ, ਦਸੇ ਭਾਏ। ਮਨ ਤੋਂ ਮੈਗਲ ਹੋਏ ਰਹਿਓ ਨਿਕਸੋ ਕਿਉਂ ਕਹਿ ਜਾਏ। ਇੱਥੇ ਬੜੇ ਪਿਆਰ ਦੇ ਨਾਲ ਸਮਝਾ ਰਹੇ ਨੇ ਕਿ ਜਿਵੇਂ ਇਹ ਹਰਿਆਰਾ ਤਾਲ ਹੈ, ਲੱਖ ਅਹੇਰੀ ਲੱਖਾਂ ਸ਼ਿਕਾਰੀ ਨੇ, ਕਾਮ ਕ੍ਰੋਧ ਲੋਭ ਮੋਹ ਆਦਿਕ, ਤੇ ਇਹਨਾਂ ਤੋਂ ਬਚ ਕੇ ਦੂਜੇ ਪਾਸੇ ਜਾਣ ਵਾਸਤੇ ਰਾਸਤਾ ਬੜਾ ਸੌੜਾ ਹੈ। ਮੁਕਤ ਦੁਆਰਾ ਸੰਕੁਰਾ, ਇਹਨਾਂ ਤੋਂ ਮੁਕਤ ਹੋਣ ਲਈ ਦਰਵਾਜ਼ਾ ਜਿਹੜਾ ਹੈ ਉਹ ਬੜਾ ਸੌੜਾ ਹੈ। ਰਾਈ ਦਸੇ ਭਾਏ ਦਾ ਮਤਲਬ ਜਿਵੇਂ ਰਾਈ ਦਾ ਦਾਣਾ ਹੁੰਦਾ ਹੈ ਨਾ, ਉਹਦੇ 10ਵੇਂ ਹਿੱਸੇ ਜਿੰਨਾ, ਰਾਈ ਦੇ 10ਵੇਂ ਹਿੱਸੇ ਜਿੰਨਾ ਭੀੜਾ। ਹੁਣ ਜਿਸ ਦਰਵਾਜ਼ੇ ਚੋਂ ਲੰਘ ਕੇ ਇਹਨਾਂ ਵਿਕਾਰਾਂ ਤੋਂ ਮੁਕਤ ਹੋਣਾ ਹੈ, ਉਹ ਦਰਵਾਜ਼ਾ ਬੜਾ ਨਿੱਕਾ ਹੈ, ਰਾਈ ਦੇ ਦਾਣੇ ਦੇ 10ਵੇਂ ਹਿੱਸੇ ਜਿੰਨਾ। ਮਨ ਤੋਂ ਮੈਗਲ ਹੋਏ ਰਹੋ। ਮੈਗਲ ਦਾ ਮਤਲਬ ਹਾਥੀ, ਮਸਤ। ਤੇ ਜਿਹੜਾ ਮਨੁੱਖ ਦਾ ਮਨ ਹੈ ਹੰਕਾਰ ਦੇ ਨਾਲ ਫੁੱਲ ਕੇ ਹਾਥੀ ਬਣਿਆ ਪਿਆ, ਨਿਕਸੋ ਕਿਉਂ ਕਹਿ ਜਾਏ। ਹੁਣ ਇਸ ਦਰਵਾਜ਼ੇ ਦੇ ਵਿੱਚੋਂ ਹਾਥੀ ਨਿਕਲੇ ਕਿਵੇਂ, ਇਹਨਾਂ ਵਿਕਾਰਾਂ ਤੋਂ ਬਚੇ ਕਿਵੇਂ। ਦਰਵਾਜ਼ਾ ਰਾਈ ਦੇ ਦਾਣੇ ਦੇ 10ਵੇਂ ਹਿੱਸੇ ਜਿੰਨਾ, ਤੇ ਉਹਦੇ ਵਿੱਚੋਂ ਕੱਢਣਾ ਹੋਵੇ ਹਾਥੀ ਨੂੰ, ਕਿਵੇਂ ਕੱਢੋਗੇ? ਤਾਂ ਬੰਦਾ ਨਹੀਂ ਨਾ ਬਚ ਸਕਦਾ। ਇੱਕ ਤਾਂ ਵਿਕਾਰ ਚਾਰ ਚਫੇਰੇ ਨੇ, ਤੇ ਦੂਜਾ ਬੰਦੇ ਦੇ ਅੰਦਰ ਹੰਕਾਰ ਕਿ ਜੋ ਕੁਛ ਜਾਣਨਾ ਮੈਂ ਹੀ ਜਾਣਨਾ, ਮੈਂ ਹੀ ਸਿਆਣਾ ਹਾਂ। ਉਹਦੀ ਜਿਹੜੀ ਚਤੁਰਾਈਆਂ ਨੇ, ਉਹਦਾ ਜਿਹੜਾ ਈਗੋ ਹੈ, ਉਹਨੂੰ ਉਹਨਾਂ ਵਿੱਚੋਂ ਬਾਹਰ ਨਿਕਲਣ ਨਹੀਂ ਦਿੰਦਾ। ਈਗੋ ਛੱਡੇਗਾ ਤੇ ਬਾਹਰ ਨਿਕਲੇਗਾ। ਈਗੋ ਬੰਦਾ ਛੱਡਦਾ ਨਹੀਂ। ਤੇ ਈਗੋ ਛੱਡੀਏ ਜਾਂ ਨਹੀਂ, ਜੇ ਅਸੀਂ ਇਹਦਾ ਅੰਦਾਜ਼ਾ ਲਗਾਉਣਾ ਹੋਵੇ, ਕਿਉਂਕਿ ਅਸੀਂ ਦੂਜਿਆਂ ਨੂੰ ਤੇ ਕਹਿ ਦਿੰਦੇ ਹਾਂ ਕਿ ਫਲਾਂ ਬੰਦਾ ਬੜਾ ਹੰਕਾਰੀ ਹੈ, ਮੈਂ ਤੁਹਾਨੂੰ, ਤੁਸੀਂ ਮੈਨੂੰ, ਕੋਈ ਵੀ ਕਹਿ ਦੇਵੇਗਾ, ਕਹਿਣ 'ਚ ਕੀ ਫਰਕ ਪੈਂਦਾ ਕਿ ਬੰਦਾ ਫਲਾਣਾ ਹੰਕਾਰੀ ਹੈ। ਅਸੀਂ ਤੇ ਸਰਟੀਫਿਕੇਟ ਦੇ ਦੇਣਾ ਨਾ, ਪਰ ਅਸੀਂ ਆਪਣੇ ਆਪ ਨੂੰ ਕਿਵੇਂ ਪਰਖੀਏ? ਹੁਣ ਮੈਂ ਕਿਵੇਂ ਪਰਖਾਂ ਕਿ ਮੈਂ ਹੰਕਾਰੀ ਹਾਂ ਜਾਂ ਨਹੀਂ ਹਾਂ? ਤਾਂ ਮੇਰੇ ਕੋਲ ਇੱਕੋ ਹੀ ਪਰਖਣ ਦੀ ਕਸਵੱਟੀ ਹੈ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ। ਤਾਂ ਮੈਨੂੰ ਇਹ ਵੇਖਣਾ ਪਵੇਗਾ ਕਿ ਕੀ ਮੈਂ ਗੁਰੂ ਦੀ ਗੱਲ ਮੰਨਦਾ ਹਾਂ? ਜੋ ਕੁਛ ਮੈਨੂੰ ਗੁਰੂ ਜੀ ਕਹਿੰਦੇ ਨੇ, ਮੈਂ ਗੁਰੂ ਜੀ ਦੀ ਗੱਲ ਮੰਨਣਾ? ਜੇ ਤਾਂ ਮੈਂ ਮੰਨ ਰਿਹਾ ਹਾਂ, ਫਿਰ ਤਾਂ ਮੈਂ ਹੰਕਾਰੀ ਨਹੀਂ ਹਾਂ, ਈਗੋ ਨਹੀਂ ਹੈ, ਕਿਉਂਕਿ ਮੈਂ ਮਨ ਦੀ ਮੱਤ ਛੱਡ ਦਿੱਤੀ ਹੈ। ਗੁਰੂ ਦੀ ਗੱਲ ਮੈਂ ਮੰਨ ਲਈ ਹੈ, ਮੇਰੇ ਵਿੱਚ ਹੰਕਾਰ ਨਹੀਂ ਹੈ ਬਿਲਕੁਲ ਵੀ। ਜਿਵੇਂ ਗੁਰੂ ਜੀ ਨੇ ਕਿਹਾ ਮੈਂ ਉਵੇਂ ਕਰ ਲਿਆ। ਪਰ ਜੇ ਮੈਂ ਗੁਰੂ ਦੀ ਪਾਵਨ ਬਾਣੀ ਤੇ ਅਮਲ ਨਹੀਂ ਕਰ ਰਿਹਾ, ਤਾਂ ਇਹਦਾ ਮਤਲਬ ਮੈਂ ਹੰਕਾਰੀ ਹਾਂ। ਮੈਨੂੰ ਆਪਣੀ ਮੱਤ ਤੇ ਮਾਣ ਹੈ ਕਿ ਮੈਂ ਠੀਕ ਹਾਂ, ਗੁਰੂ ਗਲਤ ਹੈ। ਹੁਣ ਗੁਰੂ ਜੀ ਮੈਨੂੰ ਕਹਿਣ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਤੇ ਮੈਂ ਗੁਰੂ ਦੀ ਗੱਲ ਮੰਨ ਲਵਾਂ ਨਿਮਰਤਾ ਦੇ ਨਾਲ, ਠੀਕ ਹੈ ਸਤਿਗੁਰੂ ਜੀ ਮੈਂ ਝੂਠ ਨਹੀਂ ਬੋਲਾਂਗਾ, ਮੈਂ ਧਰਮ ਦੀ ਗੱਲ ਕਰਾਂਗਾ, ਇਹਦਾ ਮਤਲਬ ਮੈਂ ਹੰਕਾਰੀ ਨਹੀਂ ਹਾਂ। ਤੇ ਜੇ ਮੈਂ ਕਹਾਂ ਨਾ ਗੁਰੂ ਜੀ ਮੈਂ ਤੇ ਵੀ ਬੋਲਣਾ ਝੂਠ, ਮੈਂ ਧਰਮ ਦੀ ਗੱਲ ਕੋਈ ਨਹੀਂ ਕਰਨੀ, ਸੱਚ ਸੁੱਚ ਬੋਲਣਾ ਮੇਰੇ ਵੱਸ ਦੀ ਗੱਲ ਨਹੀਂ, ਮੈਂ ਤੇ ਝੂਠ ਹੀ ਬੋਲਾਂਗਾ, ਤਾਂ ਮੈਂ ਹੰਕਾਰੀ ਹੋ ਗਿਆ ਨਾ। ਤਾਂ ਅਸੀਂ ਆਪਣੇ ਆਪ ਨੂੰ ਪਰਖ ਸਕਦੇ ਹਾਂ ਐਵੇਂ ਕਿ ਮੇਰੀ ਜ਼ਿੰਦਗੀ ਜੇ ਤੇ ਗੁਰਬਾਣੀ ਮੁਤਾਬਕ ਹੈ ਤਾਂ ਮੈਂ ਹੰਕਾਰੀ ਨਹੀਂ ਹਾਂ। ਜੇ ਮੇਰੀ ਜ਼ਿੰਦਗੀ ਗੁਰਬਾਣੀ ਮੁਤਾਬਕ ਨਹੀਂ, ਮੈਂ ਗੁਰੂ ਦੀ ਵੀ ਗੱਲ ਨਹੀਂ ਮੰਨਦਾ, ਤਾਂ ਫਿਰ ਮੈਂ ਹੰਕਾਰੀ ਹਾਂ ਨਾ। ਅਸੀਂ ਇੱਕ ਦੂਜੇ ਵਾਸਤੇ ਕੀ ਕੀਤਾ ਹੋਏਗਾ? ਕੋਈ 100 200 500 ਪਾਉਂਡ ਦੇ ਦਿਆਂਗੇ ਇੱਕ ਦੂਜੇ ਨੂੰ, ਥੋੜੀ ਹੈਲਪ ਇਸ ਤੋਂ ਜ਼ਿਆਦਾ ਕਰ ਦਿਆਂਗੇ, 10-20 ਹਜ਼ਾਰ ਰੁਪਇਆ ਦੇ ਦਿਆਂਗੇ, 10-20 ਹਜ਼ਾਰ ਪਾਉਂਡ ਦੇ ਦਿਆਂਗੇ, ਇੰਨਾ ਹੀ ਕਰਾਂਗੇ ਨਾ, ਇਸ ਤੋਂ ਜ਼ਿਆਦਾ ਕੀ ਕਰਾਂਗੇ? ਤੇ ਗੁਰੂ ਸਾਹਿਬ ਤੇ ਸਾਡੇ ਵਾਸਤੇ ਤੱਤੀਆਂ ਤਵੀਆਂ ਤੇ ਬੈਠੇ, ਆਪਣਾ ਸ਼ੀਸ਼ ਲੁਹਾਇਆ, ਆਪਣੇ ਬੱਚੇ ਉਹਨਾਂ ਨੇ ਨੀਹਾਂ ਵਿੱਚ ਚੁਣਾ ਦਿੱਤੇ। ਤੇ ਜਿਸ ਗੁਰੂ ਨੇ ਇੰਨਾ ਕੁਝ ਸਾਡੇ ਲਈ ਕੀਤਾ, ਜਿਹੜਾ ਬੰਦਾ ਉਸ ਗੁਰੂ ਦੀ ਗੱਲ ਵੀ ਨਾ ਮੰਨੇ,
ਤਾਂ ਉਹਦੇ ਤੋਂ ਵੱਡਾ ਹੰਕਾਰੀ ਔਰ ਬੇਸਮਝ ਕੌਣ ਹੋ ਸਕਦਾ? ਤਾਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਨਾ। ਤੇ ਗੁਰੂ ਜੀ ਕਹਿੰਦੇ ਨੇ, ਮੁਕਤ ਦੁਆਰਾ ਸੰਕੁਰਾ ਰਾਈ ਦਸੇ ਪਾਏ, ਮਨ ਤੋਂ ਮੈਗਲ ਹੋਏ ਰਹੋ ਨਿਕਸੋ ਕਿਉਂਕਿ ਜਾਏ। ਹੁਣ ਇਹ ਤੇ ਆ ਗਈ ਗੁਰਬਾਣੀ ਦੀ ਗੱਲ। ਅਸੀਂ ਆਮ ਸਮਾਜ ਦੇ ਵਿੱਚ ਹੁਣ ਪਰਖੀਏ ਇਸ ਚੀਜ਼ ਨੂੰ ਕਿ ਦੇਖੋ, ਮੇਰੇ ਪਿਤਾ ਜੀ ਮੈਨੂੰ ਕਹਿਣ ਕੋਈ ਗੱਲ ਤੇ ਮੈਂ ਆਪਣੇ ਪਿਓ ਦੀ ਗੱਲ ਵੀ ਨਾ ਮੰਨਾਂ, ਮਾਂ ਮੇਰੀ ਮੈਨੂੰ ਕੋਈ ਕਵੇ ਮੈਂ ਮਾਂ ਦੀ ਗੱਲ ਵੀ ਨਾ ਮੰਨਾਂ, ਵੱਡੇ ਭੈਣ ਭਰਾ ਭਰਜਾਈਆਂ ਮਾਵਾਂ ਵਰਗੇ ਪਿਓਾਂ ਵਰਗੇ ਹੁੰਦੇ ਨੇ, ਉਹਨਾਂ ਦੀ ਗੱਲ ਵੀ ਮੈਂ ਨਾ ਮੰਨਾਂ, ਸਮਾਜ ਦੀ ਵੀ ਨਾ ਮੰਨਾਂ, ਉਹਨਾਂ ਦੇ ਖਿਲਾਫ ਹੀ ਜਾਵਾਂ ਤੇ ਫਿਰ ਹੰਕਾਰੀ ਹੋਇਆ ਨਾ। ਫਿਰ ਮੇਰੀ ਇਹ ਜਿਹੜੀ ਈਗੋ ਹੈ ਮੇਰੇ ਰਿਸ਼ਤਿਆਂ ਨੂੰ ਖਰਾਬ ਕਰੇਗੀ ਨਾ, ਮੇਰੇ ਰਿਸ਼ਤੇ ਟੁੱਟਣਗੇ, ਸਾਰਾ ਕੁਝ ਹੋਏਗਾ। ਤਾਂ ਕਬੀਰ ਜੀ ਕਹਿੰਦੇ ਨੇ, ਮਨ ਹੰਕਾਰੀ ਹੋਇਆ ਪਿਆ ਹੈ, ਮੁਕਤੀ ਦਾ ਦਰਵਾਜ਼ਾ ਨਿੱਕਾ ਹੈ, ਨਿਮਰਤਾ ਰਾਹੀਂ ਨਿਕਲਿਆ ਜਾ ਸਕਦਾ ਇਹਨਾਂ ਵਿਕਾਰਾਂ ਚੋਂ। ਤੇ ਕਿਵੇਂ ਬੰਦਾ ਨਿਕਲੇ? ਹੁਣ ਇਹਦਾ ਸੋਲੂਸ਼ਨ ਦੱਸਦੇ ਨੇ। ਇਹ ਤੇ ਸੀ ਸਾਡੀ ਸਮੱਸਿਆ ਕਿ ਲੱਖਾਂ ਸ਼ਿਕਾਰੀ ਨੇ, ਜਿੰਦ ਮੇਰੀ ਕੱਲੀ ਜਿਹੀ ਹੈ, ਬਚਿਆ ਮੇਰੇ ਤੋਂ ਜਾ ਨਹੀਂ ਰਿਹਾ, ਦਰਵਾਜ਼ਾ ਜਿਹਦੇ ਚੋਂ ਨਿਕਲਣਾ ਹੈ ਉਹ ਬੜਾ ਨਿੱਕਾ, ਰਾਈ ਦੇ ਦਾਣੇ ਦੇ 10ਵੇਂ ਹਿੱਸੇ ਜਿੰਨਾ ਹੈ, ਮੇਰਾ ਮਨ ਹੰਕਾਰੀ ਹਾਥੀ ਬਣਿਆ ਪਿਆ। ਹੁਣ ਇਹ ਸਮੱਸਿਆ ਹੈ ਤੇ ਇਹ ਸਮੱਸਿਆ ਦਾ ਸੋਲੂਸ਼ਨ ਅਗਲੇ ਸ਼ਲੋਕ ਵਿੱਚ ਦੱਸ ਰਹੇ ਨੇ। ਕਬੀਰ ਐਸਾ ਸਤਿਗੁਰ ਜੇ ਮਿਲੈ, ਮਿਲੇ ਨਹੀਂ ਪੜਨਾ, ਮਿਲੈ, ਐਸਾ ਸਤਿਗੁਰ ਜੇ ਮਿਲੈ, ਤੁਠਾ ਕਰੇ ਪਸਾਓ, ਮੁਕਤ ਦੁਆਰਾ ਮੋਕਲਾ, ਸਹਿਜੇ ਆਵੋ ਜਾਓ। ਕਬੀਰ ਜੀ ਕਹਿੰਦੇ ਨੇ, ਤੁਠਾ ਦਾ ਮਤਲਬ ਪ੍ਰਸੰਨ ਹੋ ਕੇ, ਤਰੁੱਠ ਕੇ, ਤੇ ਪਸਾਓ ਦਾ ਮਤਲਬ ਹੈ ਕਿਰਪਾ। ਜੇ ਅਜਿਹਾ ਗੁਰੂ ਮਿਲੇ ਜੋ ਪ੍ਰਸੰਨ ਹੋ ਕੇ ਮਿਹਰ ਕਰੇ, ਜੋ ਪ੍ਰਸੰਨ ਹੋ ਕੇ ਮਿਹਰ ਕਰੇ, ਮੁਕਤ ਦੁਆਰਾ ਮੋਕਲਾ, ਸਹਿਜੇ ਆਵੋ ਜਾਓ, ਫਿਰ ਜਿਹੜਾ ਦਰਵਾਜ਼ਾ ਹੈ ਜਿਸ ਰਾਹੀਂ ਕਾਮਾਦਿਕ ਤੋਂ ਖਲਾਸੀ ਹੋਣੀ, ਉਹ ਖੁੱਲਾ ਹੋ ਜਾਂਦਾ। ਸਹਿਜੇ ਆਵੋ ਜਾਓ ਦਾ ਮਤਲਬ ਫਿਰ ਬੰਦਾ ਜਿੱਥੇ ਮਰਜ਼ੀ ਕਿਰਤਕਾਰ ਕਰੇ, ਸੰਸਾਰ ਵਿੱਚ ਜ਼ਿੰਦਗੀ ਜੀਵੇ, ਲੇਕਿਨ ਉਹ ਵਿਕਾਰਾਂ ਵਿੱਚ ਨਹੀਂ ਫਸੇਗਾ। ਹੁਣ ਇਹ ਚੀਜ਼ ਸਮਝਣ ਵਾਲੀ ਹੈ ਕਿ ਐਸਾ ਸਤਿਗੁਰ ਜੇ ਮਿਲੇ, ਤੁਠਾ ਕਰੇ ਪਸਾਓ। ਤੁਠਾ ਦਾ ਮਤਲਬ ਪ੍ਰਸੰਨ ਹੋ ਕੇ ਕਿਰਪਾ ਕਰੇ। ਤਾਂ ਹੁਣ ਬੰਦਾ ਜਿਹੜਾ ਹੈ ਨਾ, ਬੜਾ ਚਲਾਕ ਹੈ। ਬੰਦਾ ਆਪਣੇ ਆਪ ਨਾਲ ਵੀ ਚਲਾਕੀਆਂ ਕਰਦਾ ਹੈ, ਧੋਖਾ ਆਪਣੇ ਆਪ ਨੂੰ ਦਿੰਦਾ ਹੈ। ਹੁਣ ਜਦੋਂ ਅਸੀਂ ਇਸ ਸ਼ਲੋਕ ਦਾ ਸ਼ਬਦੀ ਅਰਥ ਪੜਾਂਗੇ ਤਾਂ ਸ਼ਬਦੀ ਅਰਥ ਇਹਦਾ ਇਹੀ ਹੈ ਕਿ ਜਦੋਂ ਗੁਰੂ ਪ੍ਰਸੰਨ ਹੋ ਕੇ ਮਿਹਰ ਕਰੇ ਤਾਂ ਅਸੀਂ ਫਿਰ ਦੋਸ਼ ਗੁਰੂ ਤੇ ਮੜ ਦੇਣਾ ਵੀ ਗੁਰੂ ਪ੍ਰਸੰਨ ਹੋਏਗਾ ਤੇ ਮਿਹਰ ਕਰੇਗਾ। ਇਹਦਾ ਮਤਲਬ ਗੁਰੂ ਜੀ ਮੇਰੇ ਤੇ ਪ੍ਰਸੰਨ ਨਹੀਂ ਹੋਏ, ਉਹਨੇ ਮਿਹਰ ਨਹੀਂ ਕੀਤੀ, ਇਸ ਕਰਕੇ ਮੈਂ ਜਿਹੜਾ ਹੈ ਖੁਸ਼ ਨਹੀਂ ਹੋ ਸਕਿਆ, ਖੁਸ਼ ਨਹੀਂ ਹੋ ਸਕਿਆ। ਮੇਰੇ ਤੇ ਗੁਰੂ ਨੇ ਕਿਰਪਾ ਨਹੀਂ ਕੀਤੀ, ਗੁਰੂ ਮੇਰੇ ਤੇ ਖੁਸ਼ ਨਹੀਂ ਹੋਇਆ। ਪਰ ਗੁਰੂ ਤੇ ਹਰ ਟਾਈਮ ਖੁਸ਼ ਹੈ। ਗੁਰੂ ਤਾਂ ਸਾਰਿਆਂ ਦਾ ਭਲਾ ਮੰਗਦਾ ਹੈ, ਸਤਿਗੁਰੂ ਸਭਨਾਂ ਦਾ ਭਲਾ ਮਨਾਏਂਦਾ। ਹੁਣ ਇੱਥੇ ਸਾਨੂੰ ਸੋਚਣਾ ਪਏਗਾ ਕਿ ਗੁਰੂ ਖੁਸ਼ ਕਿਹਦੇ ਤੇ ਹੋਏਗਾ? ਗੁਰੂ ਦੀ ਪ੍ਰਸੰਨਤਾ ਦੇ ਪਾਤਰ ਅਸਾਂ ਬਣਨਾ ਹੈ ਨਾ। ਅਸੀਂ ਆਪਣੇ ਕਿਹੜੇ ਬੱਚੇ ਤੇ ਜ਼ਿਆਦਾ ਖੁਸ਼ ਹੁੰਨੇ ਆ? ਸਾਡੇ 2 ਬੱਚੇ ਨੇ, ਕਿਹਦੇ ਤੇ ਜ਼ਿਆਦਾ ਖੁਸ਼ ਹੁੰਨੇ ਆ? ਜਿਹੜਾ ਬੱਚਾ ਗੁਣਾਂ ਦਾ ਧਾਰਨੀ ਹੈ, ਚੰਗੀ ਮਿਹਨਤ ਕਰਦਾ ਹੈ, ਮਾਂ-ਬਾਪ ਦਾ ਸਤਿਕਾਰ ਕਰਦਾ ਹੈ। ਦੂਜਾ ਬੱਚਾ ਹੈ ਨਸ਼ਈ ਹੋ ਗਿਆ ਹੈ ਜਾਂ ਵਿਕਾਰ ਕਮਾਉਂਦਾ ਹੈ, ਉਹਦੇ ਤੇ ਖੁਸ਼ੀ ਨਹੀਂ ਨਾ ਹੁੰਦੀ ਸਾਡੀ, ਅਸੀਂ ਉੱਤੇ ਨਾਰਾਜ਼ ਰਹਿੰਦੇ ਆ, ਗਿਲਾ ਹੁੰਦਾ ਹੈ। ਤੇ ਗੁਰੂ ਨੂੰ ਵੀ ਗਿਲਾ ਤੇ ਹੋਏਗਾ ਨਾ। ਗੁਰੂ ਦੀ ਪ੍ਰਸੰਨਤਾ ਤੇ ਉਹ ਹੀ ਹਾਸਲ ਕਰੇਗਾ ਨਾ ਜੋ ਗੁਰੂ ਦੀ ਰਜ਼ਾ ਭਾਣੇ ਦੇ ਵਿੱਚ ਤੁਰੇਗਾ। ਤਾਂ ਗੁਰੂ ਜੀ ਕਹਿੰਦੇ ਨੇ, ਜੇ ਗੁਰੂ ਦੀ ਪ੍ਰਸੰਨਤਾ ਮਿਲ ਜਾਏ ਔਰ ਗੁਰੂ ਪਸਾਓ ਕਰੇ, ਕਿਰਪਾ ਕਰੇ, ਗਿਆਨ ਦੀ ਦਾਤ ਦਵੇ, ਤਾਂ ਮੁਕਤ ਦੁਆਰਾ ਮੋਕਲਾ, ਸਹਿਜੇ ਆਵੋ ਜਾਓ। ਜੇ ਗੁਰੂ ਦੀ ਪ੍ਰਸੰਨਤਾ ਹਾਸਲ ਕਰਕੇ ਮਨੁੱਖ ਗੁਰੂ ਤੋਂ ਗਿਆਨ ਦੀ ਦਾਤ ਲਵੇ ਔਰ ਉਸ ਗਿਆਨ ਮੁਤਾਬਕ ਜ਼ਿੰਦਗੀ ਜੀਵੇ ਤਾਂ ਇਹ ਮੁਕਤੀ ਦਾ ਦੁਆਰਾ ਮੋਕਲਾ ਹੋ ਸਕਦਾ ਹੈ। ਬੰਦਾ ਇਹਨਾਂ ਵਿਕਾਰਾਂ ਦੇ ਵਿੱਚੋਂ ਬਚ ਸਕਦਾ ਹੈ। ਸਹਿਜੇ ਦਾ ਮਤਲਬ ਆਤਮਿਕ ਜੀਵਨ ਦੇ ਵਿੱਚ ਬੰਦਾ ਟਿਕ ਸਕਦਾ ਹੈ, ਉਹਦਾ ਗੋਲ ਬਣ ਜਾਂਦਾ ਹੈ ਫਿਰ ਸੱਚ। ਉਹ ਮਨ ਬਚਨ ਕਰਮ ਕਰਕੇ ਗੁਣਾਂ ਦੇ ਵਿੱਚ ਟਿਕ ਜਾਂਦਾ ਹੈ। ਤੇ ਜਦੋਂ ਸੁਰਤ ਟਿਕ ਜਾਏ ਨਾ, ਫਿਰ ਉਹ ਜਿੱਥੇ ਮਰਜ਼ੀ ਸੰਸਾਰ ਦੇ ਅੰਦਰ ਵਿਚਰੇ, ਕਿਰਤਕਾਰ ਕਰੇ, ਉਹ ਸ਼ੁਭ ਗੁਣਾਂ ਦੇ ਨਾਲ ਜੁੜਿਆ ਰਹੇਗਾ, ਉਹਦੇ ਤੇ ਵਿਕਾਰਾਂ ਦਾ ਪ੍ਰਭਾਵ ਨਹੀਂ ਪਵੇਗਾ। ਹੁਣ ਇੱਕ ਸਵਾਲ ਫਿਰ ਪੈਦਾ ਹੋਏਗਾ ਕਿ ਉਹ ਨਿੱਕਾ ਦੁਆਰਾ ਵੱਡਾ ਕਿਵੇਂ ਹੋ ਗਿਆ? ਇਸ ਨੂੰ ਗੁਰੂ ਸਾਹਿਬ ਜੀ ਅੱਗੇ ਜਾ ਕੇ ਸ਼ਲੋਕਾਂ ਦੇ ਵਿੱਚ ਖੋਲਦੇ ਨੇ। ਉਹ ਕਹਿੰਦੇ ਨੇ, ਕਬੀਰ ਨਾਨਕ ਮੁਕਤ ਦੁਆਰਾ ਅਤ ਨੀਕਾ ਨਾਨਾ ਹੋਏ ਸੁਜਾਏ। ਜਿਵੇਂ ਮੁਕਤੀ ਦਾ ਦੁਆਰਾ ਰਾਈ ਦੇ ਦਾਣੇ ਦੇ 10ਵੇਂ ਹਿੱਸੇ ਜਿੰਨਾ ਹੈ,
ਤੇ ਜੇ ਅਸੀਂ ਰਾਈ ਦੇ ਦਾਣੇ ਦੇ 12ਵੇਂ ਹਿੱਸੇ ਜਿੰਨਾ ਹੋ ਜਾਈਏ ਤਾਂ ਮੁਕਤੀ ਦਾ ਦੁਆਰਾ ਮੋਕਲਾ ਹੋ ਗਿਆ ਨਾ। ਮੁਕਤੀ ਦਾ ਦੁਆਰਾ ਰਾਈ ਦੇ ਦਾਣੇ ਦੇ 10ਵੇਂ ਹਿੱਸੇ ਜਿੰਨਾ ਹੈ। ਤੇ ਅਸੀਂ ਆਪਣੇ ਆਪ ਨੂੰ ਇੰਨਾ ਛੋਟਾ ਕਰ ਲਈਏ ਕਿ ਰਾਈ ਦੇ ਦਾਣੇ ਦੇ 12ਵੇਂ ਹਿੱਸੇ ਜਿੰਨਾ ਹੋ ਜਾਵੇ ਤਾਂ ਉਹਦੇ ਵਿੱਚੋਂ ਆਰਾਮ ਨਾਲ ਨਿਕਲ ਜਾਵਾਂਗੇ, ਮਤਲਬ ਨਿਮਰਤਾ ਦੇ ਵਿੱਚ ਜਦੋਂ ਆਵਾਂਗੇ। ਤਾਂ ਕਬੀਰ ਜੀ ਸਾਨੂੰ ਸਮਝਾ ਰਹੇ ਨੇ, ਗੁਰੂ ਤੋਂ ਗਿਆਨ ਦੀ ਦਾਤ ਲੈ ਕੇ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਵਿਆਂ ਇਹਨਾਂ ਵਿਕਾਰਾਂ ਦੀ ਸਮਝ ਆ ਜਾਂਦੀ ਹੈ ਔਰ ਬੰਦਾ ਇਹਨਾਂ ਵਿਕਾਰਾਂ ਤੋਂ ਹਰ ਥਾਂ ਤੇ ਬਚਿਆ ਰਹਿੰਦਾ ਹੈ ਔਰ ਨਿਰਲੇਪ ਰਹਿੰਦਾ ਹੈ। ਅਗਲਾ ਬਚਨ ਕਰਦੇ ਨੇ ਕਬੀਰ, ਨਾ ਮੋਹਿ ਛਾਨ ਨਾ ਛਾਪਰੀ। ਇੱਥੇ ਮੋਹਿ ਸ਼ਬਦ ਵੱਲ ਥੋੜਾ ਧਿਆਨ ਦਿਓ। ਜਿਨ੍ਹਾਂ ਵੀਰਾਂ ਨੇ ਆਪਣੇ ਫੋਨ ਖੋਲੇ ਹੋਏ ਨੇ, ਮੰਮੇ ਦੇ ਉੱਤੇ ਹੋੜਾ ਵੀ ਲੱਗਾ ਹੋਇਆ ਹੈ ਔਰ ਥੱਲੇ ਔਂਕੜ ਵੀ ਲੱਗਾ ਹੋਇਆ ਹੈ। ਅਸਲੀ ਜਿਹੜਾ ਸ਼ੁੱਧ ਸ਼ਬਦ ਹੈ ਉਹ ਹੈ ਮੋਹੇ, ਹੋੜੇ ਦੇ ਨਾਲ। ਲੇਕਿਨ ਇੱਥੇ ਮੰਮੇ ਦੇ ਥੱਲੇ ਔਂਕੜ ਲਗਾਇਆ ਹੈ, ਇਹ ਕਾਵ ਤੋਲ ਨੂੰ ਪੂਰਾ ਕਰਨ ਲਈ ਲਗਾਇਆ। ਇਸ ਲਈ ਹੋੜੇ ਵਾਲਾ ਮੋਹੇ ਨਹੀਂ ਪੜਨਾ, ਮੂਹੇ ਪੜਨਾ ਹੈ ਔਂਕੜ ਵਾਲਾ। ਕਬੀਰ, ਨਾ ਮੂਹੇ ਛਾਨ ਨਾ ਛਾਪਰੀ, ਨਾ ਮੂਹੇ ਘਰ ਨਹੀਂ ਗਾਉ। ਗਾਉ ਨਹੀਂ ਪੜਨਾ, ਗਾਉ ਪਿੰਡ। ਮਤ ਹਰ ਪੁੱਛੇ ਕੌਣ ਹੈ, ਮੇਰੇ ਜਾਤ ਨਾ ਨਾਉ। ਹੁਣ ਦੇਖੋ, ਪਿਛਲੇ ਸ਼ਲੋਕ ਦੇ ਅੰਦਰ ਸਾਨੂੰ ਕਿਹਾ ਸੀ ਕਿ ਦੋਨੋਂ ਵਰਨ ਗਵਾਏ, ਕਿ ਜਾਤ ਉੱਚੀ ਨੀਵੀਂ ਜਾਤ ਔਰ ਰੰਗ ਦੇ ਵਿਤਕਰੇ ਗਵਾਓਗੇ ਤੇ ਰੱਬ ਨਾਲ ਮਿਲੋਗੇ ਨਾ। ਜੇ ਜਾਤੀਵਾਦ ਦਾ ਹੰਕਾਰ ਹੈ ਤਾਂ ਉਹ ਹੰਕਾਰੀ ਬੰਦਾ ਕਦੇ ਪ੍ਰਭੂ ਦੇ ਨਾਲ ਨਹੀਂ ਮਿਲ ਪਾਏਗਾ। ਇੱਕ ਹੁੰਦਾ ਹੈ ਹੰਕਾਰ ਜਾਤ ਦਾ, ਉੱਚੀ ਕੁੱਲ ਦਾ। ਹੁਣ ਦੂਜਾ ਹੰਕਾਰ ਬੰਦੇ ਦੇ ਅੰਦਰ ਹੈ ਪ੍ਰਾਪਰਟੀ ਦਾ, ਇਲਾਕੇ ਦਾ। ਕਿ ਅਸੀਂ ਕਿਸੇ ਸ਼ਹਿਰ ਦੇ ਵਿੱਚ ਘਰ ਲਿਆ ਹੋਵੇ ਨਾ, ਤੇ ਲੋਕ ਕਹਿੰਦੇ ਨੇ ਫਲਾਂ ਏਰੀਆ VIP ਏਰੀਆ, ਅਸੀਂ ਤਾਂ VIP ਏਰੀਏ ਵਿੱਚ ਰਹਿੰਦੇ ਹਾਂ, ਸਾਡੇ ਕੋਲ ਇੰਨੀ ਸਾਰੀ ਜ਼ਮੀਨ ਹੈ ਔਰ ਦੂਜੇ ਨੰਬਰ ਤੇ ਸਾਡਾ ਘਰ ਬੜਾ ਮਜ਼ਬੂਤ ਜਾਂ ਮਕਾਨ ਵੱਡਾ ਹੈ। ਤਾਂ ਜਿਸ ਦਾ ਮਕਾਨ ਵੱਡਾ ਹੈ ਉਹ ਝੌਂਪੜੀ ਵਾਲੇ ਦੇ ਨਾਲ ਪਿਆਰ ਨਹੀਂ ਪਾਉਂਦਾ, ਉਹਨੂੰ ਨੀਵਾਂ ਸਮਝਦਾ ਹੈ। ਜੋ VIP ਏਰੀਏ ਵਿੱਚ ਰਹਿ ਰਿਹਾ ਹੈ ਉਹ ਦੂਜੇ ਜਿਹੜੇ ਹੈ ਏਰੀਏ ਜਿਹੜੇ ਨੇ ਉਹਨਾਂ ਨੂੰ ਨੀਵੇਂ ਸਮਝਦਾ ਹੈ। ਜਿਹਦੇ ਕੋਲ ਪ੍ਰਾਪਰਟੀ ਜ਼ਿਆਦੀ ਹੈ, ਅਮੀਰ ਬੰਦਾ ਹੈ, ਗਰੀਬ ਦੀ ਵੈਲਿਊ ਨਹੀਂ ਸਮਝਦਾ। ਹੰਕਾਰ ਆ ਗਿਆ ਨਾ, ਮਕਾਨ ਦਾ ਹੰਕਾਰ, ਪਿੰਡ ਸ਼ਹਿਰ ਦਾ ਹੰਕਾਰ ਕਿ ਸਾਡਾ ਸ਼ਹਿਰ ਵੱਡਾ, ਸਾਡਾ ਪਿੰਡ ਵੱਡਾ, ਸਾਡੀ ਜ਼ਮੀਨ ਜਾਇਦਾਦ ਵੱਡੀ, ਯਾਨੀ ਈਗੋ ਕਿਸੇ ਵੀ ਕਿਸਮ ਦੀ, ਉਹ ਬੰਦੇ ਨੂੰ ਬੰਦੇ ਤੋਂ ਦੂਰ ਕਰਦੀ ਹੈ। ਔਰ ਇਹ ਜਿਹੜੀ ਸਾਡੀ ਛੋਟੀ ਛੋਟੀ ਈਗੋ ਹੈ ਨਾ, ਥੋੜੇ ਥੋੜੇ ਹੰਕਾਰ ਸਾਡਾ, ਇਹਨੇ ਸਾਡੇ ਕਿੱਡੇ ਕਿੱਡੇ ਵੱਡੇ ਰਿਸ਼ਤੇ ਤੋੜੇ ਨੇ। ਪਤੀ ਪਤਨੀ ਨੂੰ ਦੂਰ ਕੀਤਾ ਹੈ ਨਿੱਕੇ ਨਿੱਕੇ ਹੰਕਾਰ ਨੇ, ਭਰਾਵਾਂ ਨੂੰ ਭਰਾਵਾਂ ਤੋਂ ਦੂਰ ਕੀਤਾ ਹੈ, ਨਾਨਕਿਆਂ ਦਾਦਕਿਆਂ ਤੋਂ ਦੂਰ ਕੀਤਾ ਹੈ, ਸਮਾਜ ਦੇ ਅੰਦਰ ਵਿਤਕਰੇ ਪਾਏ ਨੇ। ਛੋਟੀ ਛੋਟੀ ਈਗੋ, ਛੋਟਾ ਜਿਹਾ ਹੰਕਾਰ ਕਿ ਮੈਨੂੰ ਪਹਿਲਾਂ ਚਾਹ ਨਹੀਂ ਫੜਾਈ, ਕਈ ਲੋਕ ਇਸੇ ਗੱਲ ਤੋਂ ਹੀ ਨਾਰਾਜ਼ ਹੋ ਜਾਂਦੇ। ਮੈਨੂੰ ਕਾਰ ਦੀ ਅਗਲੀ ਸੀਟ ਤੇ ਨਿਭਾਇਆ, ਕਈ ਲੋਕ ਅਗਲੀ ਸੀਟ ਤੋਂ ਹੀ ਨਾਰਾਜ਼ ਹੋ ਜਾਂਦੇ ਨੇ। ਬੰਦਾ ਪੁੱਛੇ ਵੀ ਅਗਲੀ ਸੀਟ ਨਾਲ ਕੋਈ ਘੰਟਾ ਪਹਿਲਾਂ ਪਹੁੰਚ ਜਾਣਾ, ਤੂੰ ਪਹੁੰਚਣਾ ਤੇ ਕਾਰ ਨੇ ਇਕੱਠਾ ਹੀ ਹੈ ਨਾ, ਲੇਕਿਨ ਈਗੋ। ਤਾਂ ਕਬੀਰ ਜੀ ਇੱਥੇ ਕਹਿ ਰਹੇ ਨੇ ਕਿ ਹੇ ਕਬੀਰ, ਮੇਰੇ ਪਾਸ ਨਾ ਕੋਈ ਛੰਨ ਹੈ, ਨਾ ਮੋਹਿ ਛਾਨ, ਕਿ ਮੈਂ ਤੇ ਗਰੀਬ ਹਾਂ, ਮੇਰੇ ਕੋਲ ਤੇ ਛੰਨ ਵੀ ਨਹੀਂ, ਨਾ ਛਾਪਰੀ, ਮੇਰੇ ਕੋਲ ਕੋਈ ਛਪਰੀ ਵੀ ਨਹੀਂ, ਨਾ ਮੋਹਿ ਘਰ, ਮੇਰਾ ਕੋਈ ਘਰ ਵੀ ਨਹੀਂ, ਨਾ ਮੋਹਿ ਗਾਉਂ, ਨਹੀਂ ਗਾਉਂ, ਮੇਰਾ ਕੋਈ ਪਿੰਡ ਵੀ ਨਹੀਂ। ਯਾਨੀ ਮੈਨੂੰ ਕੋਈ ਪ੍ਰਾਪਰਟੀ ਦਾ ਹੰਕਾਰ ਨਹੀਂ ਹੈ। ਮਤ ਹਰ ਪੁੱਛੇ ਕੌਣ ਹੈ, ਮਤ ਦਾ ਮਤਲਬ ਮਤਾਂ, ਸ਼ਾਇਦ। ਮੇਰੇ ਦਾ ਮਤਲਬ ਮੇਰੇ ਪਾਸ ਆਸਰਾ, ਨਾਉ ਦਾ ਮਤਲਬ ਨਾਮਣਾ, ਮਲਕੀਅਤ ਦੀ ਵਡਿਆਈ। ਨਾ ਮਤ ਹਰ ਪੁੱਛੇ ਕੌਣ ਹੈ, ਮੇਰੇ ਜਾਤ ਨਾ ਨਾਉ, ਨਾ ਤੇ ਮੇਰੀ ਉੱਚੀ ਜਾਤ ਹੈ, ਨਾ ਮੇਰੇ ਕੋਲ ਜਾਤ ਦਾ ਨਾਮਣਾ ਹੈ, ਨਾ ਮੇਰੇ ਕੋਲ ਘਰ ਪਿੰਡ ਛਪਰੀ ਦਾ ਨਾਮਣਾ ਹੈ। ਤਾਂ ਜਿਵੇਂ ਮੇਰੇ ਮਨ ਵਿੱਚ ਜਾਤ ਦਾ ਕੋਈ ਵਿਤਕਰਾ ਨਹੀਂ ਹੈ, ਕਬੀਰ ਜੀ ਕਹਿੰਦੇ ਨੇ, ਤਿਵੇਂ ਮੇਰੇ ਮਨ ਵਿੱਚ ਮਲਕੀਅਤ ਦੇ ਨਾਮਣੇ ਦੀ ਵੀ ਕੋਈ ਚਾਹ ਨਹੀਂ, ਹੰਕਾਰ ਨਹੀਂ ਹੈ। ਯਾਨੀ ਇੱਥੇ ਸਾਨੂੰ ਸਮਝਾ ਰਹੇ ਨੇ ਕਿ ਜੇ ਜਾਤ ਅਭਿਮਾਨ ਔਰ ਪ੍ਰਾਪਰਟੀ ਪੈਸੇ ਦਾ ਹੰਕਾਰ ਛੱਡ ਦਈਏ, ਮਤ ਹਰ ਪੁੱਛੇ ਕੌਣ ਹੈ, ਮਤਾਂ ਸ਼ਾਇਦ ਰੱਬ ਪੁੱਛ ਲਵੇ ਕਿ ਤੂੰ ਕੌਣ ਹੈ, ਯਾਨੀ ਸਾਡੀ ਬਾਤ ਪੁੱਛ ਲਵੇ। ਯਾਨੀ ਕਹਿਣ ਦਾ ਇੱਥੇ ਜਿਹੜਾ ਹੈ ਭਾਵ ਜਿਹੜਾ ਹੈ, ਬੜੇ ਗਹਿਰੇ ਭਾਵ ਜਿਹੜੇ ਨੇ ਇਹਦੇ ਅੰਦਰ ਛਿਪੇ ਨੇ, ਕਿ ਜੋ ਸਾਡੇ ਅੰਦਰ ਜਾਤ ਔਰ ਪ੍ਰਾਪਰਟੀ ਵਗੈਰਾ, ਪੈਸੇ ਆਦਿਕ ਦਾ ਜਾਂ ਗਿਆਨ ਦਾ ਜਾਂ ਰੂਪ ਦਾ ਹੰਕਾਰ ਹੈ,
ਇਸ ਹੰਕਾਰ ਨੂੰ ਛੱਡ ਦਈਏ ਤਾਂ ਸਾਡਾ ਰੱਬ ਦੇ ਨਾਲ ਮੇਲ ਹੋ ਸਕਦਾ ਹੈ, ਤਾਂ ਅਸੀਂ ਇੱਕ ਦੂਜੇ ਦਾ ਰੱਬ ਵਰਗਾ ਸਤਿਕਾਰ ਔਰ ਪਿਆਰ ਕਰ ਸਕਦੇ ਹਾਂ। ਤਾਂ ਬੰਦਾ ਬੰਦੇ ਦੇ ਵਿੱਚ ਰੱਬ ਵੇਖ ਸਕਦਾ ਹੈ, ਤਾਂ ਬੰਦਾ ਬੰਦੇ ਨਾਲ ਰੱਬ ਵਰਗਾ ਵਿਹਾਰ ਕਰ ਸਕਦਾ ਹੈ। ਜੇ ਪ੍ਰੋਪਰਟੀ ਦਾ, ਵਿਦਿਆ ਦਾ ਔਰ ਜਾਤ ਆਦਿਕ ਦਾ ਹੰਕਾਰ ਛੱਡਿਆ ਜਾਏ ਔਰ ਬੰਦਾ ਇਹ ਸਮਝੇ ਕਿ ਮੈਂ ਵੀ ਆਮ ਬੰਦਿਆਂ ਵਰਗਾ ਇੱਕ ਬੰਦਾ ਹਾਂ, ਦੂਜੇ ਲੋਕ ਵੀ ਮੇਰੇ ਵਰਗੇ ਬੰਦੇ ਨੇ। ਇਹ ਗੱਲ ਨਾ ਸਾਨੂੰ ਇੱਕ ਨਿੱਕੀ ਜਿਹੀ ਗੱਲ ਤੋਂ ਸਮਝ ਆ ਜਾਏਗੀ। ਹਵਾਈ ਜਹਾਜ਼ ਵਿੱਚ ਦੋ ਬੰਦੇ ਬੈਠੇ ਨਾ ਗੱਲਾਂ ਕਰ ਰਹੇ ਸੀ ਤੇ ਗੱਲਾਂ ਬੜੇ ਪਿਆਰ ਦੇ ਨਾਲ ਕਰੀ ਜਾ ਰਹੇ ਸੀ, ਤੇ ਇੱਕ ਨੇ ਦੂਜੇ ਤੋਂ ਪੁੱਛਿਆ ਵੀ ਭਾਜੀ ਕੰਮ ਕੀ ਕਰਦੇ ਹੋ, ਕੰਮ ਕੀ ਕਰਦੇ ਹੋ ਜਾਂ ਜੌਬ ਕੀ ਹੈ। ਉਹ ਕਹਿਣ ਲੱਗਾ ਯਾਰ ਗੱਲਾਂ ਦਾ ਬੜਾ ਰਸ ਬਣਿਆ, ਬੜਾ ਮਜ਼ਾ ਆ ਰਿਹਾ ਗੱਲਾਂ ਦਾ, ਨਾ ਆਨੰਦ ਬਣਿਆ, ਖੁਸ਼ੀ ਬਣੀ ਹੈ, ਤੇ ਕੰਮ ਨਾ ਪੁੱਛ, ਮੇਰੀ ਇਨਕਮ, ਕੰਮ, ਘਰ-ਬਾਰ ਬਾਰੇ ਨਾ ਪੁੱਛ। ਕਹਿਣ ਲੱਗਾ ਕਿਉਂ? ਕਹਿਣ ਲੱਗਾ ਸਾਡੀ ਗੱਲਬਾਤ ਦੇ ਵਿੱਚ ਮਜ਼ਾ ਰਹਿ ਨਹੀਂ ਜਾਣਾ, ਇਹ ਆਨੰਦ ਨਹੀਂ ਰਹਿਣਾ। ਕਹਿੰਦਾ ਕਿਉਂ? ਕਹਿੰਦਾ ਜੇ ਮੈਂ ਤੈਨੂੰ ਦੱਸ ਦਿੱਤਾ ਕਿ ਮੈਂ ਪੁਲਿਸ ਵਿੱਚ ਐਸਪੀ ਹਾਂ ਜਾਂ ਮੈਂ ਡੀਸੀ ਹਾਂ, ਤੇ ਤੂੰ ਬਿਲਕੁਲ ਆਪਣੇ ਆਪ ਨੂੰ ਨੀਵਾਂ ਸਮਝਣਾ ਹੈ, ਤੇ ਤੇਰੀ ਜਿਹੜੀ ਗੱਲਬਾਤ ਕਰਨ ਦਾ ਢੰਗ ਬਿਲਕੁਲ ਬਦਲ ਜਾਣਾ ਹੈ, ਤੇਰੇ ਅੰਦਰ ਹੀਨ ਭਾਵਨਾ ਆ ਜਾਣੀ ਹੈ। ਤੇ ਜੇ ਮੈਂ ਤੈਨੂੰ ਇਹ ਦੱਸਤਾ ਕਿ ਮੈਂ ਸਕੂਲ ਵਿੱਚ ਪੜਾਸੀ ਲੱਗਾ, ਤੇ ਤੂੰ ਮੇਰੇ ਸਿਰ ਤੇ ਚੜ ਕੇ ਬੋਲੇਗਾ, ਤੇਰੇ ਅੰਦਰ ਹੰਕਾਰ ਹੋ ਜਾਣਾ, ਮੈਨੂੰ ਤੂੰ ਨੀਵਾਂ ਵਿਖਾਏਗਾ। ਇਸ ਕਰਕੇ ਗੱਲਬਾਤ ਹੋ ਰਹੀ ਹੈ, ਗੱਲਬਾਤ ਕਰੀ ਜਾ, ਤੂੰ ਕੰਮ ਤੋਂ ਕੀ ਲੈਣਾ ਹੈ। ਔਰ ਇੱਕ ਹਕੀਕਤ ਹੈ, ਜੇ ਬੰਦਾ ਇਹਨਾਂ ਚੀਜ਼ਾਂ ਦੀ ਈਗੋ ਨੂੰ ਛੱਡ ਦੇਵੇ ਤਾਂ ਸਾਡਾ ਮੇਲ ਮਿਲਾਪ ਕਿੰਨਾ ਸੋਹਣਾ ਹੋ ਸਕਦਾ ਹੈ। ਅਸੀਂ ਬੰਦੇ ਹਾਂ, ਬੰਦਿਆਂ ਵਾਂਗੂ ਰਹੀਏ। ਸਭ ਮੈਂ ਜੋਤ ਹੈ ਸੋਏ, ਸਾਰਿਆਂ ਦੇ ਨਾਲ ਰੱਬ ਵਰਗਾ ਪਿਆਰ ਸਤਿਕਾਰ ਕਰੀਏ। ਜਿਹੜਾ ਕੰਮ ਕਰਦਾ ਉਹ ਤਾਂ ਸਾਡੀ ਡਿਊਟੀ ਹੈ। ਇੱਕ ਐਸਪੀ ਹੈ, ਡੀਸੀ ਹੈ, ਉਹਦੀ ਡਿਊਟੀ ਉਹ ਡਿਊਟੀ ਨਿਭਾ ਰਿਹਾ। ਜੇ ਥੱਲੇ ਕੋਈ ਸਿਪਾਹੀ ਚਪੜਾਸੀ, ਉਹ ਆਪਣੀ ਡਿਊਟੀ ਨਿਭਾ ਰਿਹਾ। ਡਿਊਟੀ ਨੂੰ ਛੱਡ ਕੇ ਡਿਊਟੀ ਆਪਣੀ ਨਿਭਾਓ, ਪਰ ਬੰਦਾ ਆਪਣੇ ਆਪ ਨੂੰ ਸਮਝੋ, ਬੰਦੇ ਦੀ ਤਰ੍ਹਾਂ ਬੰਦੇ ਦੇ ਨਾਲ ਪਿਆਰ ਕਰੋ, ਤਾਂ ਇਹ ਜ਼ਿੰਦਗੀ ਸੁਧਰ ਸਕਦੀ ਹੈ, ਬੰਦਾ ਉਸ ਰੱਬ ਵਰਗਾ ਹੋ ਸਕਦਾ ਹੈ। ਅਗਲਾ ਬਚਨ ਕਰਦੇ ਨੇ, कबीर मुहे मरने का चाव है, मरो तो हर के द्वार, मत हर पूछे कौन है परा हमारे बार। मरने का चाव, मैनू मरन दा चाह है। ਹੁਣ ਇੱਥੇ ਮਰਨ ਦਾ ਚਾਹ ਦਾ ਮਤਲਬ ਇਹ ਨਹੀਂ ਕਿ ਸਰੀਰ ਕਰਕੇ ਮਰਨ ਦਾ ਚਾਹ ਹੈ ਕਿ ਮੈਨੂੰ ਆਤਮ ਹੱਤਿਆ ਕਰਨ ਦੀ ਚਾਹ ਚੜਿਆ ਹੈ। ਆਤਮ ਹੱਤਿਆ ਨਹੀਂ ਕਰਨੀ, ਸਰੀਰ ਦੀ ਮੌਤ ਦੀ ਗੱਲ ਨਹੀਂ ਹੈ। ਇੱਥੇ ਮਰਨ ਦਾ ਭਾਵ ਹੈ ਆਪਾ ਭਾਵ ਮਿਟਾਣਾ, ਆਪਣੀ ਈਗੋ ਨੂੰ ਖਤਮ ਕਰਨਾ, ਵਿਕਾਰਾਂ ਵੱਲੋਂ ਮਰ ਕੇ ਜੀਣਾ, ਜਾਤ ਵਰਨ ਦੇ ਹੰਕਾਰ ਨੂੰ ਛੱਡਣਾ, ਮੇਰ ਤੇਰ ਦੇ ਵਿਤਕਰਿਆਂ ਨੂੰ ਛੱਡਣਾ ਔਰ ਪਾਪਾਂ ਔਰ ਵਿਕਾਰਾਂ ਨੂੰ ਛੱਡ ਕੇ ਜੀਣਾ, ਇਹਨੂੰ ਕਹਿੰਦੇ ਨੇ ਮਰਨਾ, ਆਪੇ ਭਾਵ ਤੋਂ। ਮਰੋਂ ਤਾਂ ਹਰ ਕੇ ਦਵਾਰ, ਚਾਓ ਦਾ ਮਤਲਬ ਤਾਂਗ, ਮਰੋਂ ਦਾ ਮਤਲਬ ਜੇ ਇਹ ਮੈਂ ਮਰਨੀ ਮਰਾਂ ਚਾਹੁੰਦਾ ਹਾਂ ਤਾਂ। ਹੇ ਕਬੀਰ, ਮੇਰੇ ਅੰਦਰ ਤਾਂਗ ਹੈ ਕਿ ਮੈਂ ਆਪਾ ਭਾਵ ਮਿਟਾ ਦਿਆਂ, ਮੈਨੂੰ ਮਰਨ ਦਾ ਚਾਹ ਹੈ ਕਿ ਮੈਂ ਆਪਣਾ ਆਪਾ ਭਾਵ ਮਿਟਾ ਦਿਆਂ, ਆਪਣੀ ਈਗੋ, ਆਪਣੀ ਮੱਤ ਛੱਡ ਦਿਆਂ, ਮਮਤਾ ਮੁਕਾ ਦਿਆਂ, ਸਵਾਰਥ ਮੁਕਾ ਦਿਆਂ। ਪਰ ਮੈਂ ਮਰ ਕਿਵੇਂ ਸਕਣਾ? ਐਸੀ ਜ਼ਿੰਦਗੀ ਕਿਵੇਂ ਬਣ ਸਕਦੀ ਹੈ? ਮਰੋਂ ਤਾਂ ਹਰ ਕੇ ਦੁਆਰ, ਇਹ ਆਪਾ ਭਾਵ ਤਾਂ ਮਿਟ ਸਕਦਾ ਹੈ ਜੇ ਮੈਂ ਰੱਬ ਦੇ ਦਰ ਤੇ ਡਿੱਗ ਪਵਾਂ। ਮਰੋਂ ਤਾਂ ਹਰ ਕੇ ਦੁਆਰ, ਰੱਬ ਦੇ ਦਰ ਤੇ ਡਿੱਗ ਪਵਾਂ, ਰੱਬ ਦੇ ਚਰਨਾਂ ਵਿੱਚ ਢਹਿ ਪਵਾਂ, ਯਾਨੀ ਰੱਬੀ ਰਜ਼ਾ ਦੇ ਵਿੱਚ ਤੁਰਾਂ, ਤਾਂ ਮਰ ਸਕਣਾ। ਜੇ ਮੈਂ ਰੱਬ ਦੀ ਰਜ਼ਾ ਵਿੱਚ ਤੁਰਾਂ, ਰੱਬ ਦੇ ਚਰਨਾਂ ਦੀ ਸ਼ਰਨ ਵਿੱਚ ਆ ਜਾਵਾਂ, ਭਾਣੇ ਦੇ ਵਿੱਚ ਰਹਾਂ, ਸਿਸਟਮ ਦੇ ਅੰਦਰ ਰਹਾਂ, ਤਾਂ ਬੜੀ ਆਸਾਨੀ ਦੇ ਨਾਲ ਮਰਿਆ ਜਾ ਸਕਦਾ ਹੈ ਵਿਕਾਰਾਂ ਵੱਲੋਂ, ਆਪੇ ਭਾਵ ਵੱਲੋਂ। ਕਿਉਂਕਿ ਸਮਝ ਆ ਜਾਏਗੀ ਨਾ ਕਿ ਰੱਬੀ ਹੁਕਮ ਤੋਂ ਬਾਹਰ ਕੁਝ ਹੋ ਹੀ ਨਹੀਂ ਸਕਦਾ। ਇਹ ਆਪਾਂ ਰੋਜ਼ ਵਿਚਾਰ ਕਰ ਰਹੇ ਹਾਂ। ਜੋ ਸਿਸਟਮ ਹੈ, ਲਾ ਆਫ ਨੇਚਰ ਹੈ, ਇਹਦੇ ਤੋਂ ਬਾਹਰ ਤੇ ਕੁਝ ਹੋ ਨਹੀਂ ਸਕਦਾ। ਤਾਂ ਜੇ ਇਹ ਸਮਝ ਆ ਜਾਏ ਬੰਦੇ ਨੂੰ ਔਰ ਬੰਦਾ ਇਸ ਸਿਸਟਮ ਦੇ ਮੁਤਾਬਕ ਜ਼ਿੰਦਗੀ ਜੀਣਾ ਸ਼ੁਰੂ ਕਰ ਦੇਵੇ, ਰੱਬੀ ਗੁਣਾਂ ਦਾ ਧਾਰਨੀ ਹੋ ਜਾਏ, ਆਪਣੀ ਮਨ ਦੀ ਮੱਤ ਤਿਆਗ ਦੇਵੇ, ਤਾਂ ਬੜੀ ਆਸਾਨੀ ਦੇ ਨਾਲ ਇਹਨਾਂ ਵਿਕਾਰਾਂ ਤੋਂ ਖਲਾਸੀ ਮਿਲ ਸਕਦੀ ਹੈ। ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਰ। ਇਸ ਤਰ੍ਹਾਂ ਕੋਈ ਅਜਬ ਗੱਲ ਨਹੀਂ ਹੈ ਕਿ ਮਿਹਰ ਕਰਕੇ ਬਖਸ਼ਿੰਦ ਪ੍ਰਭੂ ਕਦੇ ਪੁੱਛ ਲਵੇ ਕਿ ਮੇਰੇ ਦਰਵਾਜ਼ੇ ਤੇ ਕੌਣ ਡਿੱਗਾ ਪਿਆ ਹੈ।
ਹੁਣ ਦੇਖੋ ਇਹ ਬੜੇ ਪਿਆਰ ਦੇ ਨਾਲ ਸਮਝਾਇਆ ਜਾ ਰਿਹਾ। ਹੁਣ ਰੱਬ ਦਾ ਕੋਈ ਇਹੋ ਜਿਹਾ ਦਰਵਾਜ਼ਾ ਨਹੀਂ ਹੈ ਕਿ ਜਿੱਥੇ ਉਹਦਾ ਘਰ ਹੋਏ ਤੇ ਉਹਦੇ ਦਰਵਾਜ਼ੇ ਅੱਗੇ ਜਾ ਕੇ ਡਿੱਗਣਾ ਹੈ। ਕੋਈ ਸੱਚਖੰਡ ਵਿੱਚ ਜਾਂ ਜੰਨਤ ਵਿੱਚ ਜਾਂ ਸਵਰਗ ਵਿੱਚ ਰੱਬ ਕਿਤੇ ਵੱਖਰਾ ਬੈਕੁੰਠ ਵਿੱਚ ਨਹੀਂ ਬੈਠਾ ਹੋਇਆ। ਰੱਬ ਤਾਂ ਕਣ ਕਣ ਦੇ ਅੰਦਰ ਸਮਾਇਆ ਹੋਇਆ ਹੈ ਨਾ। ਇਹ ਦਿਸਦਾ ਜਗਤ ਰੱਬ ਦਾ ਹੀ ਰੂਪ ਹੈ। ਵਿਸ਼ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਤਾਂ ਗੱਲ ਹੈ ਆਪਣੀ ਈਗੋ ਨੂੰ ਛੱਡ ਕੇ ਰੱਬੀ ਰਜਾ ਦੇ ਵਿੱਚ ਤੁਰਨ ਦੀ। ਤੇ ਜਦੋਂ ਮੈਂ ਰੱਬੀ ਰਜਾ ਵਿੱਚ ਤੁਰਾਂਗਾ ਤਾਂ ਮਤਾ ਰੱਬ ਪੁੱਛ ਹੀ ਲਵੇ ਕਿ ਮੇਰੇ ਦਰ ਦੇ ਉੱਤੇ ਕੌਣ ਪਿਆ ਹੈ। ਭਾਵ ਕਿ ਫਿਰ ਮੇਰੀ ਸਾਰ ਲਈ ਜਾਏਗੀ। ਫਿਰ ਮੈਂ ਰੱਬੀ ਨਜ਼ਰ ਦੇ ਅੰਦਰ ਪ੍ਰਵਾਨ ਹੋ ਜਾਵਾਂਗਾ। ਮੈਂ ਰੱਬੀ ਦਰ ਨੂੰ ਨਾ ਛੱਡਾਂ, ਰੱਬ ਦੀ ਰਜਾ ਦੇ ਵਿੱਚ ਰਹਾਂ। ਜਿਹੜੇ ਲਾਖ ਅਹੇਰੀ ਨੇ ਜੋ ਪਿਛਲੇ ਸਲੋਕਾਂ ਵਿੱਚ ਪੜ੍ਹ ਆਏ ਆ, ਜੋ ਦੁਨੀ ਦਾ ਮਾਰਗ ਹੈ, ਜਿੱਥੇ ਅਨੇਕਾਂ ਵਿਕਾਰਾਂ ਦੀ ਅੱਗ ਹੈ, ਜਿੱਥੇ ਮੇਰ ਤੇਰ ਦੇ ਵਿਤਕਰੇ ਨੇ, ਜਿੱਥੇ ਜਾਤੀਵਾਦ ਔਰ ਪ੍ਰੋਪਰਟੀ ਆਦਿਕ ਦੇ ਹੰਕਾਰ ਨੇ, ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਿਆ ਜਾ ਸਕਦਾ ਹੈ ਜੇ ਅਸੀਂ ਰੱਬੀ ਰਜਾ ਦੇ ਵਿੱਚ ਤੁਰਨ ਦਾ ਯਤਨ ਕਰੀਏ। ਜੋ ਜਪਜੀ ਸਾਹਿਬ ਵਿੱਚ ਅਸੀਂ ਪੜ੍ਹ ਆਏ ਹਾਂ ਕਿ ਸਚਿਆਰਾ ਹੋਈ ਹੈ, ਤੇ ਉਹਦਾ ਇੱਕੋ ਹੀ ਸਾਧਨ ਹੈ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਅਗਲਾ ਬਚਨ ਕਰਦੇ ਨੇ ਕਬੀਰ, ਨਾ ਹਮ ਕੀਆ ਨਾ ਕरहेंगे, ਨਾ ਕਰ ਸਕੇ ਸ਼ਰੀਰ, ਕਿਆ ਜਾਨੋ ਕਿਛ ਹਰ ਕੀਆ, ਭਇਓ ਕਬੀਰ ਕਬੀਰ। ਹੁਣ ਕਬੀਰ ਜੀ ਸਮਝਾ ਰਹੇ ਨੇ ਕਿ ਪਤਾ ਨਹੀਂ ਕਿਵੇਂ ਕਬੀਰ ਕਬੀਰ ਹੋ ਗਿਆ ਹੈ, ਕਬੀਰ ਨੂੰ ਇੰਨਾ ਮਾਣ ਆਦਰ ਸਤਕਾਰ ਕਿਵੇਂ ਮਿਲ ਗਿਆ ਹੈ। ਔਰ ਹਕੀਕਤ ਹੈ ਕਿ ਉਹਨਾਂ ਭਗਤਾਂ ਨੂੰ ਕਿੰਨਾ ਮਾਣ ਮਿਲਿਆ ਹੈ ਨਾ। ਕਬੀਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਪਾਵਨ ਬਚਨ ਹੈ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਛੀਪਰੋ ਹੋਇਓ ਲਾਖੀਣਾ, ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਰਾ ਪਇਓ ਗੁਣੀ ਗਹੀਰਾ, ਰਵਿਦਾਸ ਟੋ ਅੰਤਾ ਢੋਰ ਨੀਤ, ਤਿਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਸੈਨ ਨਾਈ ਬੁਤਕਾਰਿਆ ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ, ਇਹ ਬਿਦ ਸੁਣ ਕੇ ਜਾਟਰੋ ਉਠ ਭਗਤੀ ਲਾਗਾ, ਮਿਲੇ ਪ੍ਰਤਖ ਗੁਸਾਈਆਂ ਧੰਨਾ ਵਡ ਭਾਗਾ। ਕਿੰਨਾ ਮਾਣ ਮਿਲਿਆ ਨਾ। ਅੱਜ ਵੀ ਜਿਹੜੇ ਚੰਗੇ ਇਨਸਾਨ ਨੇ, ਗੁਰਮਤਿ ਦੇ ਸਿਰਾਹ ਤੇ ਤੁਰਨ ਵਾਲੇ ਨੇ, ਅੱਜ ਵੀ ਉਹਨਾਂ ਨੂੰ ਮਾਣ ਮਿਲਦਾ ਹੈ। ਪਹਿਲਾਂ ਵੀ ਮਿਲਦਾ ਸੀ, ਅੱਗੇ ਵੀ ਮਿਲੇਗਾ। ਤਾਂ ਹੁਣ ਕਬੀਰ ਜੀ ਕਹਿੰਦੇ ਨੇ ਨਾ ਹਮ ਕੀਆ। ਨਾ ਹਮ ਕੀਆ ਦਾ ਮਤਲਬ ਮੈਂ ਇਹ ਕੰਮ ਨਹੀਂ ਕੀਤਾ, ਮੇਰੀ ਇਹ ਹਿੰਮਤ ਨਹੀਂ ਸੀ ਕਿ ਮੈਂ ਆਪਣੀ ਹਿੰਮਤ ਦੇ ਨਾਲ ਰੱਬੀ ਸਿਸਟਮ ਤੋਂ ਬਾਹਰ ਕੁਝ ਕਰ ਸਕਦਾ। ਇਹ ਚੀਜ਼ ਸਮਝਣ ਵਾਲੀ ਹੈ। ਨਾ ਹਮ ਕੀਆ, ਮੈਂ ਕੁਝ ਨਹੀਂ ਕੀਤਾ, ਰੱਬੀ ਹੁਕਮ ਤੋਂ ਬਾਹਰ ਤੇ ਕੁਝ ਵੀ ਨਹੀਂ ਕੀਤਾ। ਮੈਂ ਤੇ ਤਾਂ ਕੀਤਾ ਹੋਏ ਜੇ ਰੱਬੀ ਹੁਕਮ ਤੋਂ ਬਾਹਰ ਮੈਂ ਕੁਝ ਕਰ ਸਕਦਾ ਹਾਂ, ਸਿਸਟਮ ਤੋਂ ਬਾਹਰ ਕੁਝ ਕਰ ਸਕਦਾ ਹਾਂ। ਇਹ ਤੇ ਮੈਂ ਕੀਤਾ ਹੀ ਨਹੀਂ। ਮਾਣ ਵਡਿਆਈ ਜਿਹੜੀ ਮਿਲ ਰਹੀ ਹੈ ਉਹ ਤੇ ਸਿਸਟਮ ਵਿੱਚ ਮਿਲ ਰਹੀ ਹੈ, ਰੱਬੀ ਰਜਾ ਵਿੱਚ ਮਿਲ ਰਹੀ ਹੈ। ਨਾ ਹਮ ਕੀਆ, ਨਾ ਕਰਾਂਗੇ, ਨਾ ਹੀ ਮੈਂ ਅੱਗੇ ਕੁਝ ਕਰ ਸਕਾਂਗਾ, ਨਾ ਕਰ ਸਕੇ ਸਰੀਰ, ਤੇ ਨਾ ਹੀ ਮੇਰੇ ਸਰੀਰ ਦੇ ਅੰਦਰ ਇੰਨੀ ਤਾਕਤ ਹੈ ਕਿ ਮੈਂ ਅੱਗੇ ਵੀ ਕੁਝ ਕਰ ਸਕਾਂ। ਦੇਖੋ, ਲਾਖ ਅਹੇਰੀ ਦੀ ਮਾਰ ਤੋਂ ਬਚਣ ਲਈ ਜਿਹੜੇ ਲੱਖਾਂ ਸ਼ਿਕਾਰੀ ਨੇ, ਤਾਂ ਉਹਦੇ ਵਾਸਤੇ ਮੈਂ ਤਾਂ ਸੀ ਵੀ ਜੇ ਮੈਂ ਯੋਗਾ ਕਰਕੇ ਬਚ ਗਿਆ ਹਾਂ, ਫਿਰ ਤੇ ਮੈਂ ਕੀਤਾ। ਤੀਰਥਾਂ ਤੇ ਨਹਾ ਕੇ ਬਚ ਗਿਆ ਹੋਵਾਂ, ਵਰਤਨ ਰਾਤੇ ਸਰਾਧ ਰੱਖ ਕੇ ਇਹਨਾਂ ਤੋਂ ਬਚ ਗਿਆ ਹੋਵਾਂ, ਇਹ ਤੇ ਸੀ। ਫਿਰ ਤਾਂ ਰਜਾ ਤੋਂ ਉਲਟ ਹੋ ਗਿਆ ਨਾ ਸਾਰਾ ਕੁਝ, ਕਿ ਮੈਂ ਮੰਤਰ ਇੰਨੀ ਵਾਰੀ ਪੜ੍ਹਾ ਤੇ ਰੱਬ ਨੂੰ ਪ੍ਰਗਟ ਕਰ ਦਿਆਂ। ਐਵੇਂ ਤੇ ਨਾ ਕਦੇ ਹੋਇਆ ਹੈ, ਨਾ ਹੀ ਹੋਏਗਾ। ਤਾਂ ਕਬੀਰ ਜੀ ਸਾਨੂੰ ਕਹਿ ਰਹੇ ਨੇ, ਮੇਰੀ ਇਹ ਹਿੰਮਤ ਨਹੀਂ ਸੀ ਕਿ ਕਾਮਾਦਿਕ ਲੱਖ ਅਹੇਰੀ ਦੀ ਮਾਰ ਤੋਂ ਬਚ ਕੇ ਮੈਂ ਪ੍ਰਭੂ ਚਰਨਾਂ ਵਿੱਚ ਜੁੜ ਸਕਦਾ ਆਪਣੀ ਮੱਤ ਦੇ ਨਾਲ, ਹੱਥ ਦੇ ਨਾਲ। ਅਗਾਂਹ ਨੂੰ ਵੀ ਮੇਰੇ ਵਿੱਚ ਤਾਕਤ ਨਹੀਂ ਆ ਸਕਦੀ, ਨਾ ਹੀ ਮੇਰੇ ਸਰੀਰ ਵਿੱਚ ਇਹ ਬਲ ਹੈ। ਕਿਆ ਜਾਣੋ ਕਿਛ ਹਰ ਕੀਆ। ਅਸਲ ਗੱਲ ਇਹ ਹੈ ਕਿ ਪਤਾ ਨਹੀਂ ਰੱਬ ਨੇ ਕੀ ਕੀਤਾ ਹੈ। ਭਇਓ ਕਬੀਰ ਕਬੀਰ, ਜਿਸ ਕਰਕੇ ਚਾਰ ਚਫੇਰੇ ਕਬੀਰ ਕਬੀਰ ਹੋ ਗਈ ਹੈ, ਮਾਣ ਮਿਲ ਗਿਆ ਹੈ। ਯਾਨੀ ਰੱਬ ਨੇ ਕੀ ਕੀਤਾ ਹੈ ਦਾ ਮਤਲਬ ਕਿ ਮੈਂ ਰੱਬ ਦੀ ਰਜ਼ਾ ਵਿੱਚ ਤੁਰਿਆ ਹਾਂ। ਇਹ ਰੱਬ ਦੀ ਰਜ਼ਾ ਦਾ ਫਲ ਹੈ, ਰਜ਼ਾ ਦਾ ਫਲ ਹੈ, ਹੁਕਮ ਦਾ ਫਲ ਹੈ, ਸਿਸਟਮ ਦਾ ਫਲ ਹੈ। ਹੁਣ ਜਿਵੇਂ ਨਾ ਅਸੀਂ ਆਮ ਦੇਖੀਏ ਤੇ ਅਸੀਂ ਕਣਕ ਆਦਿਕ ਬੀਜਦੇ ਹਾਂ ਪੈਲੀ ਦੇ ਵਿੱਚ, ਤੇ ਇੱਕ ਬੰਦਾ ਹੈ, ਉਹਨਾਂ ਦੀ ਪੈਲੀਆਂ ਦੋਵੇਂ ਨਾਲ ਨੇ, ਇੱਕ ਦੀ ਫਸਲ ਬਹੁਤ ਚੰਗੀ ਹੈ, ਦੂਜੇ ਦੀ ਫਸਲ ਚੰਗੀ ਨਹੀਂ ਹੈ।
ਤਾਂ ਇਹਦਾ ਮਤਲਬ ਇਹ ਨਹੀਂ ਕਿ ਕੁਦਰਤ ਨੇ ਕੋਈ ਗੜਬੜ, ਰੱਬ ਨੇ ਗੜਬੜ ਕਰ ਦਿੱਤੀ ਹੈ ਨਾ। ਇੱਕ ਬੰਦਾ ਹੈ ਕਿ ਜਿਹਨੇ ਪੈਲੀ ਦੀ ਜਿਹੜੀ ਕਣਕ ਬੀਜੀ ਹੈ ਨਾ, ਉਹ ਬਿਲਕੁਲ ਸਹੀ ਵੱਤਰ ਤੇ ਬੀਜੀ ਹੈ ਔਰ ਸਹੀ ਸਮੇਂ ਨਾਲ ਬੀਜੀ ਹੈ। ਦੂਜਾ ਬੰਦਾ ਹੈ, ਉਹਦਾ ਵੱਤਰ ਵੀ ਥੋੜਾ ਜਿਹਾ ਖੁਸ਼ਕ ਸੀ ਤੇ ਕਣਕ ਵੀ ਜਿਹੜੀ ਹੈ ਕੋਈ 5-10 ਦਿਨ ਲੇਟ ਬੀਜੀ ਹੈ, ਤਾਂ ਫਿਰ ਫਸਲ ਦੇ ਵਿੱਚ ਫਰਕ ਪੈਗਾ ਨਾ। ਤੇ ਹੁਣ ਜੇ ਪਹਿਲੇ ਬੰਦੇ ਤੋਂ ਪੁੱਛੀ ਵੀ ਤੂੰ ਕੀ ਕੀਤਾ ਹੈ ਖਾਸ, ਤੇ ਉਹਨੇ ਕਹਿਣਾ ਮੈਂ ਤੇ ਖਾਸ ਕੁਝ ਵੀ ਨਹੀਂ ਕੀਤਾ, ਮੈਂ ਤੇ ਸਹੀ ਸਮੇਂ ਤੇ ਸਹੀ ਵੱਤਰ ਵਿੱਚ ਸਹੀ ਬੀਜ ਬੀਜਿਆ ਹੈ। ਫਸਲ ਤਾਂ ਉਹ ਸਿਸਟਮ ਦੇ ਵਿੱਚ ਪੈਦਾ ਹੋਈ ਹੈ। ਇਸੇ ਤਰ੍ਹਾਂ ਇਹ ਰੱਬ ਦੀ ਰਜ਼ਾ ਹੈ, ਕੁਦਰਤ ਦੇ ਕੁਝ ਨੇਮ ਨੇ, ਲਾ ਆਫ ਨੇਚਰ ਹੈ। ਜਿਹੜਾ ਵੀ ਮਾਣ, ਆਦਰ ਔਰ ਸਤਿਕਾਰ ਮਿਲਣਾ ਹੈ, ਉਹਨਾਂ ਨੇਮਾਂ ਦੇ ਅੰਦਰ ਮਿਲਣਾ ਹੈ। ਹੁਣ ਦੋ ਪੜੋਸੀ ਨੇ, ਇੱਕ ਦੇ ਘਰ ਵਿੱਚ ਕਲੇਸ਼ ਹੈ ਔਰ ਇੱਕ ਘਰ ਦੇ ਵਿੱਚ ਬੜੀ ਸ਼ਾਂਤੀ ਹੈ। ਤੇ ਜੇ ਸ਼ਾਂਤੀ ਵਾਲੇ ਬੰਦਿਆਂ ਤੋਂ ਪੁੱਛੀਏ ਵੀ ਤੁਸੀਂ ਯਾਰ ਕੀ ਕਰਦੇ ਹੋ, ਵੀ ਤੁਹਾਡੇ ਘਰ ਸ਼ਾਂਤੀ, ਕੋਈ ਮੰਤਰ ਪੜ੍ਹਦੇ ਹੋ? ਉਹ ਕਹਿੰਦੇ ਨੇ ਨਾ। ਕੋਈ ਤੀਰਥਾਂ ਤੇ ਨਹਾਉਂਦੇ ਹੋ? ਕਹਿੰਦੇ ਅਸੀਂ ਤੀਰਥਾਂ ਤੇ ਕਦੇ ਗਏ ਹੀ ਨਹੀਂ, ਅਸੀਂ ਮੰਤਰ ਕਦੇ ਪੜ੍ਹੇ ਹੀ ਨਹੀਂ, ਸਮਾਧੀਆਂ ਅਸੀਂ ਲਾਈਆਂ ਹੀ ਨਹੀਂ। ਫਿਰ ਤੁਹਾਡੇ ਘਰ ਸ਼ਾਂਤੀ ਕਿਉਂ ਹੈ? ਉਹ ਕਹਿੰਦੇ ਨੇ ਯਾਰ ਅਸੀਂ ਸੱਚ ਬੋਲਦੇ ਹਾਂ, ਇੱਕ ਦੂਜੇ ਦੇ ਉੱਤੇ ਵਿਸ਼ਵਾਸ ਕਰਦੇ ਹਾਂ, ਵਿਸ਼ਵਾਸਘਾਤ ਨਹੀਂ ਕਰਦੇ, ਪਿਆਰ ਦੇ ਨਾਲ ਰਹਿੰਦੇ ਹਾਂ, ਅਸੀਂ ਇੱਕ ਦੂਜੇ ਦੇ ਨਾਲ ਸਮਰਪਿਤ ਹਾਂ, ਇਸ ਕਰਕੇ ਸ਼ਾਂਤੀ ਹੈ। ਤੇ ਦੂਜੇ ਘਰ ਦੇ ਅੰਦਰ ਵਰਤ ਵੀ ਨੇ, ਨਰਾਤੇ ਵੀ ਨੇ, ਸਰਾਧ ਵੀ ਨੇ, ਤੀਰਥਾਂ ਤੇ ਵੀ ਨਾ ਰਹੇ ਨੇ, ਬਾਬੇ ਵੀ ਉਹਨਾਂ ਦੇ ਘਰ ਆ ਰਹੇ ਨੇ, ਪਰ ਉਹ ਜੁੱਤੀ ਹੋ ਰਹੇ ਨੇ। ਕਾਰਨ ਬੇਵਿਸ਼ਵਾਸੀ, ਝੂਠ, ਨਿਯਮ ਹੈ ਨਾ। ਤਾਂ ਜਿਹੜਾ ਵੀ ਸੁੱਖ ਜਾਂ ਦੁੱਖ ਹੈ ਉਹ ਨਿਯਮ ਦੇ ਅੰਦਰ ਹੈ। ਜੇ ਨਿਯਮਾਂ ਨੂੰ ਸਹੀ ਫਾਲੋ ਕੀਤਾ ਜਾਏ ਤਾਂ ਜ਼ਿੰਦਗੀ ਸੁਖੀ ਔਰ ਸ਼ਾਂਤ ਹੋ ਜਾਂਦੀ ਹੈ, ਤੇ ਜੇ ਨਿਯਮਾਂ ਨੂੰ ਫਾਲੋ ਨਾ ਕੀਤਾ ਜਾਏ ਤਾਂ ਜ਼ਿੰਦਗੀ ਅਸ਼ਾਂਤ ਹੋ ਜਾਂਦੀ ਹੈ। ਇਸ ਲਈ ਭਗਤ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਇਸ ਲਾਖ ਅਹੇਰੀ ਤੋਂ ਬਚਣ ਵਾਸਤੇ ਨਾ ਮੈਂ ਕੁਛ ਕੀਤਾ ਹੈ, ਨਾ ਹੀ ਮੈਂ ਅੱਗੇ ਕੁਛ ਕਰ ਸਕਾਂਗਾ, ਨਾ ਮੇਰੇ ਸਰੀਰ ਦੇ ਅੰਦਰ ਤਾਕਤ ਹੈ ਕਿ ਰੱਬੀ ਰਜ਼ਾ ਤੋਂ ਬਾਹਰ ਕੁਛ ਕਰ ਸਕਾਂ। ਮੈਨੂੰ ਨਹੀਂ ਪਤਾ ਰੱਬ ਨੇ ਕੀ ਕੀਤਾ ਹੈ, ਜਿਸ ਕਰਕੇ ਕਬੀਰ ਕਬੀਰ ਹੋ ਗਈ ਹੈ। ਭਾਵ ਮੈਂ ਤੇ ਰੱਬ ਦੀ ਰਜ਼ਾ ਵਿੱਚ ਤੁਰਿਆ ਹਾਂ, ਤੇ ਰੱਬ ਦੀ ਰਜ਼ਾ ਦੇ ਅੰਦਰ ਤੁਰਨ ਕਰਕੇ ਮੈਨੂੰ ਮਾਣ ਆਦਰ ਮਿਲਿਆ। ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ। ਤਾਂ ਇਹ ਮਾਣ, ਇਹ ਆਦਰ ਔਰ ਇਹ ਸਤਿਕਾਰ ਸਾਨੂੰ ਵੀ ਮਿਲ ਸਕਦਾ ਹੈ ਜੇ ਅਸੀਂ ਵੀ ਰੱਬੀ ਰਜ਼ਾ ਦੇ ਅੰਦਰ ਤੁਰਨ ਦਾ ਯਤਨ ਕਰੀਏ। ਤਾਂ ਅੱਜ ਦੀ ਜੋ ਵਿਚਾਰ ਹੈ ਅਸੀਂ ਇੱਥੇ ਸਮਾਪਤ ਕਰਦੇ ਹਾਂ। ਅੱਜ ਦੇ ਜੋ ਸ਼ਲੋਕਾਂ ਦੀ ਵਿਚਾਰ ਕੀਤੀ ਗਈ ਹੈ, ਇਹਨਾਂ ਸ਼ਲੋਕਾਂ ਦੇ ਦਾਇਰੇ ਦੇ ਅੰਦਰ ਰਹਿੰਦੇ ਆ ਜੇ ਕਿਸੇ ਵੀਰ ਭੈਣ ਨੇ ਕੋਈ ਸਵਾਲ ਪੁੱਛਣਾ ਹੋਵੇ ਤਾਂ ਉਹ ਸਵਾਲ ਪੁੱਛ ਸਕਦਾ ਹੈ, ਔਰ ਨਾਲ ਜੇ ਕਿਸੇ ਨੇ ਆਪਣੇ ਵਿਚਾਰ ਦੇਣੇ ਹੋਣ ਤਾਂ ਉਹ ਆਪਣੇ ਵਿਚਾਰ ਵੀ ਦੇ ਸਕਦਾ ਹੈ। ਹੁਣ ਵੀਰ ਤਰਲੋਚਨ ਸਿੰਘ ਜੀ ਅਨਮਿਊਟ ਹੋ ਰਹੇ ਨੇ, ਅਗਲੀ ਕਾਰਵਾਈ ਉਹ ਕਰਨਗੇ। ਤਾਂ ਜਿਨ੍ਹਾਂ ਵੀਰਾਂ ਭੈਣਾਂ ਨੇ ਕੋਈ ਸਵਾਲ ਕਰਨਾ ਹੈ ਜਾਂ ਆਪਣੇ ਵਿਚਾਰ ਦੇਣੇ ਨੇ ਤਾਂ ਉਹ ਅਨਮਿਊਟ ਹੋ ਜਾਣ। ਭਾਈ ਸਾਹਿਬ ਨੂੰ ਵੀ ਬਾਰ-ਬਾਰ ਨਾ ਕਹਿਣਾ ਪਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ ਦਾ ਹਮੇਸ਼ਾ ਦੀ ਤਰ੍ਹਾਂ ਬਹੁਤ-ਬਹੁਤ ਧੰਨਵਾਦ ਜੀ। ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਸਾਰੀ ਵਿਆਖਿਆ ਕੀਤੀ ਹੈ ਤੇ ਅਸੀਂ ਸੁਣ ਵੀ ਲਈ ਹੈ। ਉਹਦੇ ਵਿੱਚੋਂ ਜੇ ਤੁਸੀਂ ਕੋਈ ਆਪਣਾ ਕੋਈ ਸਲਾਹ ਮਸ਼ਵਰਾ, ਕੋਈ ਆਪਣੇ ਵਿਚਾਰ ਦੇਣੇ ਆ ਤਾਂ ਵੀ, ਤੇ ਜੇ ਕੋਈ ਕੁਐਸਚਨ ਪੁੱਛਣੇ ਆ ਤਾਂ ਵੀ। ਤੇ ਸਾਡੇ ਨਾਲ 2 ਜਣੇ ਅਨਮਿਊਟ ਹੋਏ ਆ, ਤੇ ਮੈਂ ਬਾਕੀਆਂ ਨੂੰ ਵੀ ਬੇਨਤੀ ਕਰੂੰਗਾ ਕਿ ਜਿਹਨੇ ਵੀ ਕੋਈ ਆਪਣਾ ਵਿਚਾਰ ਦੇਣਾ ਹੋਵੇ ਤਾਂ ਅਨਮਿਊਟ ਹੋ ਜਾਓ। ਕੁਲਦੀਪ ਕੌਰ ਜੀ ਤੇ ਸਤਵੰਤ ਕੌਰ ਜੀ। ਕੁਲਦੀਪ ਕੌਰ ਜੀ ਤੁਸੀਂ ਗੱਲ ਕਰੋ ਪਹਿਲਾਂ। ਗਿਆਨੀ ਜੀ ਮੈਂ ਮਿਸ ਕਰ ਗਈ, ਤੁਸੀਂ ਸ਼ਨ ਦਾ ਕੀ ਮਤਲਬ ਦੱਸਿਆ ਸੀ? ਇਹਦਾ ਜੀ ਸ਼ਨ, ਛੰਨ ਛਪਰੀ ਜੀ। ਇਹਦਾ ਮਤਲਬ ਹੀ ਛਪਰੀ? ਅੱਛਾ, ਛੰਨ ਹੁੰਦਾ ਹੈ ਕਿ ਜਿਵੇਂ ਨਾ ਲੱਕੜੀਆਂ ਗੱਡ ਕੇ ਤੇ ਉੱਤੇ ਤੀਲੇ ਕੱਖ ਵਗੈਰਾ ਪਾ ਲਏ ਜਾਣ ਤੇ ਉਹਨੂੰ ਛੰਨ ਕਹਿ ਦਿੰਦੇ ਨੇ। ਓ ਆਈ ਸੀ, ਓਕੇ, ਹੁਣ ਮੈਂ ਸਮਝ ਗਈ। ਹਾਂਜੀ ਠੀਕ ਹੈ, ਸਮਝ ਗਈ। ਠੀਕ ਹੈ ਜੀ, ਧੰਨਵਾਦ। ਠੀਕ ਹੈ ਜੀ, ਧੰਨਵਾਦ। ਤੇ ਸਤਵੰਤ ਕੌਰ ਜੀ ਤੁਸੀਂ, ਤੇ ਉਹਦੇ ਬਾਅਦ ਚ ਨੀਨਾ ਜੀ। ਹਾਂਜੀ, ਮੇਰਾ ਵੀ ਇਹੀ ਕੁਐਸਚਨ ਸੀ, ਮੈਨੂੰ ਛੰਨ ਦਾ ਮੀਨਿੰਗ ਨਹੀਂ ਸੀ ਆਉਂਦਾ। ਹੋ ਗਿਆ ਜੀ ਕਲੀਅਰ ਫਿਰ ਤੁਹਾਡਾ? ਹਾਂਜੀ ਹਾਂਜੀ ਹੋ ਗਿਆ, ਥੈਂਕ ਯੂ ਜੀ, ਧੰਨਵਾਦ। ਠੀਕ ਹੈ ਜੀ। ਤੇ ਬਾਕੀ ਨੀਨਾ ਜੀ। ਅਸੀਂ ਮੇਰਾ ਵੀ ਲਾਈਨ ਸੀ, ਕਬੀਰ ਨਾਮ ਮੋਏ ਛਾਨ ਨਾ ਛਾਪਰੀ, ਨਾ ਮੋਏ ਘਰ ਨਹੀਂ ਗਾਉਂ। ਗਾਉਂ ਦਾ ਮਤਲਬ ਪਿੰਡ। ਇਹਨੂੰ ਗਾਉਂ ਨਹੀਂ ਪੜਨਾ, ਇਹਨੂੰ ਬਿੰਦੀ ਲਾ ਕੇ ਪੜਾਂਗੇ ਗਾਉਂ। ਗਾਉਂ। ਤੇ ਛਾਨ ਨਾ ਛਾਪਰੀ ਤੁਸੀਂ ਕੀ ਦੱਸਿਆ ਸੀ? ਛੰਨ ਪੈਣ ਇਸ ਤਰ੍ਹਾਂ ਹੁੰਦਾ ਹੈ ਕਿ ਉਹ ਨਾ ਡੰਡੇ ਤੇ ਗੱਡ ਕੇ ਨਾ, ਹਾਂਜੀ, ਲੱਕੜ ਦੇ, ਤੇ ਉਹਨਾਂ ਦੇ ਉੱਤੇ ਕੱਖ ਜਾਂ ਕਾਨੇ ਸਰਕੜਾ ਵਗੈਰਾ ਪਾ ਦਿੰਦੇ ਨੇ ਉੱਤੋਂ ਸਿਰ ਲਟਕਾਉਣ ਵਾਸਤੇ। ਅੱਛਾ ਜੀ, ਅੱਛਾ ਜੀ, ਅੱਛਾ ਜੀ।
ਠੀਕ ਹੈ ਜੀ, ਕਲੀਅਰ ਹੈ ਜੀ ਤੁਹਾਡਾ? ਹਾਂਜੀ 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 ਠੀਕ ਹੈ ਜੀ, ਧੰਨਵਾਦ। ਅੱਜ ਸਾਰੇ ਜਣੇ ਆਪਾਂ ਛੰਦ ਦੇ ਉੱਤੇ ਅਟਕੇ ਰਹੇ। ਵੈਸੇ ਆਪਣੇ ਪੰਜਾਬ ਚੋਂ ਆਏ ਸਾਰੇ ਨਿਸ਼ਾਨਾਂ ਦਾ ਤਾਂ ਸਾਰਿਆਂ ਨੂੰ ਪਤਾ ਹੈ, ਪਰ ਜਿਹਨਾਂ ਨੂੰ ਨਹੀਂ ਵੀ ਪਤਾ, ਕਈ ਵਾਰੀ ਉਹਦੀ ਜਿਹੜੀ ਬੋਲੀ ਹੈ ਉਹਦਾ ਕਈ ਵਾਰੀ ਨਹੀਂ ਪਤਾ ਲੱਗਦਾ। ਮਤਲਬ ਸ਼ਾਨ ਕਹਿੰਦਾ, ਜੇ ਸਿੱਧੀ ਸ਼ਨ ਕਿਹਾ ਹੁੰਦਾ ਤਾਂ ਸ਼ਾਇਦ ਸਾਨੂੰ ਪਤਾ ਲੱਗ ਜਾਂਦਾ, ਪਰ ਹਾਂਜੀ ਇੰਨੀ ਹੋ ਗਈ ਨਾ, ਦੇਖਿਆ ਨਹੀਂ ਸੁਣਿਆ ਨਹੀਂ ਤਾਂ ਉਹ ਹੁਣ ਯਾਦ ਹੀ ਨਹੀਂ ਹੈ। ਕੋਈ ਗੱਲ ਨਹੀਂ ਜੀ, ਕੋਈ ਨਹੀਂ। ਇੱਥੇ ਯਾਦ ਅਸੀਂ ਕਰਾਉਣ ਨੂੰ ਬੈਠੇ ਹਾਂ, ਗਿਆਨੀ ਜੀ ਇਸੇ ਕਰਕੇ ਬੈਠੇ ਆ, ਸਾਡੀਆਂ ਸਾਰਿਆਂ ਦੀ ਮੈਮਰੀਆਂ ਫਰੈਸ਼ ਕਰਾਉਣ ਵਾਸਤੇ। ਏਦਾਂ ਦੀਆਂ ਝੌਂਪੜੀਆਂ ਅਫਰੀਕਾ 'ਚ ਵੀ ਹੈਗੀਆਂ ਨੇ, ਪਰ ਮੈਂ ਕਦੀ ਇਹ ਲਫ਼ਜ਼ ਸੁਣਿਆ ਨਹੀਂ, ਬਸ ਪੜ੍ਹਿਆ ਹੀ ਹੈ ਛਾਨ ਛਾਪੜੀ। ਅੱਛਾ ਜੀ, ਉਹਨਾਂ ਨੇ ਮੀਨਿੰਗ ਛੰਨ ਦੱਸਿਆ ਤੇ ਮੈਂ ਕਿਹਾ ਮੈਨੂੰ ਤਾਂ ਪਤਾ ਨਹੀਂ ਇਹ ਛੰਨ ਕੀ ਹੁੰਦਾ, ਪਰ ਅਫਰੀਕਾ 'ਚ ਏਦਾਂ ਦੀਆਂ ਬਹੁਤ ਝੌਂਪੜੀਆਂ ਹੈਗੀਆਂ ਜਿੱਥੇ ਲੋਕ ਰਹਿੰਦੇ ਨੇ। ਜੀ ਜੀ, ਬਿਲਕੁਲ ਸਹੀ ਗੱਲ ਹੈ ਤੁਹਾਡੀ। ਤੇ ਅਵਤਾਰ ਸਿੰਘ ਜੀ, ਉਹੀ ਕਹਿਣਾ ਸੀ ਜੀ, ਜਿਹੜੀ ਛਾਨਿਆ ਪੁਰਾਣੇ ਜ਼ਮਾਨੇ 'ਚ ਜਾਂ ਹੁਣ ਵੀ ਜਿਹੜੇ ਕੱਚੇ ਭਿੱਤ ਹੁੰਦੇ ਸੀ, ਉਹਨਾਂ 'ਚ ਠੰਡ ਗਰਮੀਆਂ ਨੂੰ ਗਰਮੀ ਨਹੀਂ ਲੱਗਦੀ, ਸਿਆਲ ਨੂੰ ਠੰਡ ਨਹੀਂ ਲੱਗਦੀ। ਹਾਂਜੀ ਬਿਲਕੁਲ ਸਹੀ ਕਿਹਾ ਜੀ ਇਹਨਾਂ ਨੇ, ਕਿਉਂਕਿ ਆਪਣੇ ਜਿਹੜੇ ਪਹਿਲੇ ਸੀਗੇ, ਜਿਹੜਾ ਭਿੱਤ ਕੁੱਟੇ ਹੁੰਦੇ ਸੀਗੇ, ਇੱਦਾਂ ਦੇ ਤਾਂ ਮਕਾਨ ਬਣੇ ਹੁੰਦੇ ਸੀਗੇ, ਗਾਰੇ ਦੇ ਬਣਾ ਕੇ ਭਿੱਤ ਕੁੱਟ ਦਿੰਦੇ ਸੀ, ਬਹੁਤ ਬੜੇ ਬੜੇ ਫਾਊਂਡੇਸ਼ਨ ਹੁੰਦੀ ਸੀ ਉਹਨਾਂ ਦੀ, ਤੇ ਉੱਥੋਂ ਹੀ ਗਾਹਾਂ ਫਿਰ ਜਿਹੜੇ ਥੋੜੇ ਗਰੀਬ ਗੁਰਬੇ ਸੀਗੇ ਉਹਨਾਂ ਦੀ ਛੰਨਾਂ ਹੋ ਜਾਂਦੀਆਂ ਸੀਗੀਆਂ। ਤੇ ਉਹ ਮੈਂਸ਼ਨ ਕੀਤਾ, ਇਹਦਾ ਮਤਲਬ 500 ਸਾਲ ਪਹਿਲਾਂ ਵੀ ਛੰਨਾਂ ਸੀਗੀਆਂ, ਇਹੀ ਚੀਜ਼ਾਂ ਹੋਣੀਆਂ ਨਾ, ਤੇ ਇਸ ਕਰਕੇ ਮੈਂਸ਼ਨ ਕੀਤਾ। ਠੀਕ ਹੈ ਜੀ, ਹੋਰ ਸਾਡੇ ਨਾਲ ਤਾਂ ਕੋਈ ਅਨਮਿਊਟਡ ਨਹੀਂ ਹੈਗਾ ਜੀ, ਸਾਰਿਆਂ ਦਾ ਧੰਨਵਾਦ। ਇੱਕ ਮੈਂ ਹੋਰ ਪੁੱਛ ਸਕਦੀ ਹਾਂ? ਇੱਕ ਹੋਰ ਦੋ ਪੁੱਛੋ ਜੀ, ਇੱਕ ਕਿਉਂ? ਹਾਂਜੀ ਹਾਂਜੀ। ਕਬੀਰ ਮੁਕਤ ਦੁਆਰਾ ਸੰਕੁਰਾ ਰਾਹੀ ਦਸਤੇ ਪਾਏ। ਮੁਕਤੀ ਦਾ ਮਤਲਬ ਸੌੜਾ। ਹਾਂਜੀ, ਮੁਕਤੀ ਦਾ ਦਰਵਾਜ਼ਾ ਨਾ, ਸੰਕੁਰਾ ਦਾ ਮਤਲਬ ਸੌੜਾ ਹੈ, ਬੜਾ ਨਿੱਕਾ ਜਿਹਾ। ਅੱਛਾ ਅੱਛਾ। ਰਾਈ ਦਾ ਜਿਹੜਾ ਦਾਣਾ ਨਹੀਂ ਹੁੰਦਾ, ਜਿਹੜੇ ਰਾਈ ਹੁੰਦੀ ਦਾਣੇ, ਹਾਂਜੀ ਹਾਂਜੀ। ਦਸਵੇਂ ਪਾਏ ਦਾ ਮਤਲਬ ਰਾਈ ਦੇ ਦਾਣੇ ਦੇ 10ਵੇਂ ਹਿੱਸੇ ਜਿੰਨਾ। ਓਕੇ। ਜੇ ਰਾਈ ਦੇ ਦਾਣੇ ਨੂੰ ਟੁਕੜੇ ਟੁਕੜੇ ਕਰੀਏ, 10ਵਾਂ ਟੁਕੜਾ ਬਿਲਕੁਲ ਨਿੱਕਾ ਜਿਹਾ ਹੋ ਜਾਏਗਾ। ਰਾਈਟ, ਅੱਛਾ ਜੀ। ਤਾਂ ਕਬੀਰ ਜੀ ਕਹਿੰਦੇ ਨੇ, ਜਿਹੜਾ ਮੰਨ ਲਓ ਸਪੋਜ਼ ਸ਼ਬਦ ਲਾ ਕੇ ਸਮਝੋਗੇ ਤੇ ਸਮਝ ਜਾਓਗੇ। ਸਪੋਜ਼ ਮੁਕਤੀ ਦਾ ਜਿਹੜਾ ਦਰਵਾਜ਼ਾ ਹੈ, ਰਾਈ ਦੇ ਦਾਣੇ ਦੇ 10ਵੇਂ ਹਿੱਸੇ ਜਿੰਨਾ ਹੋਵੇ, ਉਹਦੇ ਚੋਂ ਲੰਘ ਕੇ ਅਗਲੇ ਪਾਸੇ ਜਾਣਾ ਹੈ, ਤੇ ਹਾਥੀ ਨੂੰ ਕੱਢਣਾ ਹੋਵੇ ਤੇ ਹਾਥੀ ਦੇ ਚੋਂ ਨਿਕਲੇਗਾ ਨਹੀਂ ਨਾ। ਮਨ ਤੋਂ ਮੈਗਲ ਹੋਏ ਰਹੋ, ਮਨ ਹਾਥੀ ਬਣਿਆ ਪਿਆ ਹੰਕਾਰ ਦੇ ਨਾਲ ਫੁੱਲ ਕੇ। ਨਿਕਸੋ ਕਿਉਂਕਿ ਜਾਏ ਦਾ ਮਤਲਬ ਉਹਦੇ ਵਿੱਚੋਂ ਨਿਕਲਿਆ ਜਾਏ। ਤੇ ਫਿਰ ਉਹਦਾ ਸੋਲੂਸ਼ਨ ਦੱਸਦੇ ਨੇ ਕਬੀਰ, ਐਸਾ ਸਤਿਗੁਰ ਜੇ ਮਿਲੇ ਤੁਠਾ ਕਰੇ ਪਸਾਓ। ਵੀ ਜੇ ਗੁਰੂ ਦਾ ਮਿਲਾਪ ਹੋ ਜਾਏ ਤੇ ਗੁਰੂ ਦੀ ਪ੍ਰਸੰਨਤਾ ਹੋ ਜਾਏ, ਗੁਰੂ ਸਾਨੂੰ ਗਿਆਨ ਦੀ ਦਾਤ ਦੇਵੇ, ਤਾਂ ਫਿਰ ਬੰਦਾ ਨਿਮਰਤਾ ਦੇ ਘਰ ਵਿੱਚ ਆਣ ਕੇ ਤੋਂ ਉੱਥੋਂ ਵਿਕਾਰਾਂ ਤੋਂ ਬਚ ਜਾਂਦਾ ਹੈ। ਯਾਨੀ ਆਪਣੇ ਆਪ ਨੂੰ ਤੁਸੀਂ ਰਾਈ ਦੇ ਦਾਣੇ ਦੇ 12ਵੇਂ ਹਿੱਸੇ ਜਿੰਨਾ ਕਰ ਲਓ ਤੇ ਵਿੱਚੋਂ ਨਿਕਲ ਜਾਓ। ਮੋਕਲਾ ਦਾ ਮਤਲਬ ਖੁੱਲਾ। ਠੀਕ ਹੈ ਜੀ ਨੈਨਾ ਜੀ। ਹਾਂਜੀ, ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ। ਸਤਨਾਮ ਕੌਰ ਜੀ, ਤੁਸੀਂ ਵੀ ਅਨਮਿਊਟ ਹੋਏ ਆ। ਹਾਂਜੀ ਗਿਆਨੀ ਜੀ, ਕਬੀਰ ਜੀ ਦਾ ਇੱਕ ਸ਼ਬਦ ਹੈ, ਇਹ ਕੋਟ ਪੰਚ ਸਿਕਦਾਰਾ। ਹਾਂਜੀ, ਇਸ ਦੀ ਇੱਕ ਲਾਈਨ ਹੈ, 9 ਡਾਢੀ 10 ਮਨਸਫ ਪਾਵੇ, ਰਈਅਤ ਬਸਨ ਨ ਦੇਹੀ। ਇੱਕ ਮਿੰਟ ਭੈਣ, ਮੈਂ ਸ਼ਬਦ ਜਿਹੜਾ ਕੱਢ ਲਵਾਂ। ਇਹ ਸ਼ਬਦ ਹੈਗਾ 9 ਡਾਢੀ 10 ਮੁਨਸਫ ਦਾ ਹੈ। ਹਾਂਜੀ, 9 ਦਾ ਮਤਲਬ ਕੰਨ, ਨੱਕ ਆਦਿਕ ਜਿਹੜੇ 9 ਸੂਤਰ ਨੇ ਸਾਡੇ। ਇਹ ਪਤਾ ਲੱਗ ਗਿਆ, ਅੱਗੇ ਨਹੀਂ ਸਮਝ ਆਈ। ਤੇ ਡਾਢੀ ਦਾ ਮਤਲਬ, ਹਾਂਜੀ ਅੱਗੇ ਨਹੀਂ ਪਤਾ ਲੱਗਿਆ 10 ਮੁਨਸਫ ਕੀ ਹੋਏ। ਹਾਂਜੀ, 9 ਡਾਢੀ ਦਾ ਮਤਲਬ ਜਿਹੜੇ ਸਾਡੇ 9 ਇੰਦਰੀ ਨੇ ਨਾ, ਗਿਆਨ ਇੰਦਰੀ। 9 ਸਰੋਤ। ਡਾਢੀ ਦਾ ਮਤਲਬ ਹੁੰਦਾ ਜਰੀਬ, ਜਿਹਦੇ ਨਾਲ ਚੈਨ ਨਹੀਂ ਹੁੰਦੀ, ਜਿਹਦੇ ਨਾਲ ਜ਼ਮੀਨ ਨੂੰ ਨਾਪਦੇ ਨੇ। ਅੱਛਾ, ਡਾਢੀ। ਤੇ 10 ਮੁਨਸਫ ਦਾ ਮਤਲਬ 5 ਗਿਆਨ ਇੰਦਰੀ ਤੇ 5 ਕਰਮ ਇੰਦਰੀ। ਮੁਨਸਫ ਦਾ ਮਤਲਬ ਨਿਆਂ ਕਰਨ ਵਾਲੇ, ਧਾਵੇਂ ਦਾ ਮਤਲਬ ਦੌੜ ਕੇ ਆਉਂਦੇ ਨੇ, ਰਈਅਤ ਦਾ ਮਤਲਬ ਪ੍ਰਜਾ, ਜਿਹੜੇ ਭਲੇ ਗੁਣ ਨੇ। ਤਾਂ ਇਹਦਾ ਸਾਰਾ ਅਰਥ ਹੋ ਜਾਏਗਾ, ਮਨੁੱਖਾ ਸਰੀਰ ਦੇ 9 ਸੂਤਰ, ਇਹ ਜਰੀਬ, ਕਸ ਤੇ 10 ਇੰਦਰੀ ਨਿਆਂ ਕਰਨ ਵਾਲੇ ਨੇ।
ਜਿਹੜੇ ਮਨੁੱਖ ਦੇ ਜੀਵਨ ਉੱਤੇ ਹੱਲਾ ਕਰਕੇ ਪੈਂਦੇ ਨੇ ਤੇ ਮਨੁੱਖ ਦੇ ਅੰਦਰ ਜਿਹੜੇ ਭਲੇ ਗੁਣ ਨੇ ਉਹਨਾਂ ਨੂੰ ਵਸਣ ਨਹੀਂ ਦਿੰਦੇ ਸ਼ਾਂਤੀ ਦੇ ਨਾਲ। ਜਿਹੜੇ 10 ਇੰਦਰੀ ਹੈਗੇ ਨੇ, 5 ਗਿਆਨ ਇੰਦਰੀ ਤੇ 5 ਕਰਮ ਇੰਦਰੀ। ਹਾਂਜੀ, ਗਿਆਨ ਇੰਦਰੀ ਸਾਡੇ ਹੈਗੇ ਨੇ ਨਾ, ਕੰਨ, ਨੱਕ, ਅੱਖ, ਚਮੜੀ। ਹਾਂਜੀ, ਤੇ ਕਰਮ ਇੰਦਰੀ, ਕਰਮ ਇੰਦਰੀ ਜਿਵੇਂ ਸਾਡੇ ਹੱਥ ਔਰ ਪੈਰ ਨੇ ਜਿਨ੍ਹਾਂ ਨਾਲ ਅਸੀਂ ਕੰਮ ਕਰਦੇ ਹਾਂ, ਜ਼ਬਾਨ ਹੈਗੀ। ਇੱਥੇ ਮੈਂ ਕਨਫਿਊਜ਼ ਹੋ ਗਈ ਸੀ, ਥੈਂਕ ਯੂ ਜੀ। ਇੱਕ ਤੇ ਸਾਨੂੰ ਗਿਆਨ ਦੇ ਰਹੇ ਨੇ, ਹਾਂਜੀ, ਗਿਆਨ ਇੰਦਰੀ, ਇੱਕ ਨਾਲ ਅਸੀਂ ਕੰਮ ਕਰ ਰਹੇ ਹਾਂ। ਤੇ ਇਹ ਜਿਹੜੇ ਨੇ, ਜਿਹੜੇ ਰਈਅਤ ਹੈ ਨਾ ਅੰਦਰ ਸ਼ੁਭ ਗੁਣ, ਉਹਨਾਂ ਨੂੰ ਵਸਣ ਨਹੀਂ ਦਿੰਦੇ, ਕਿਉਂਕਿ ਸਾਡੇ ਗਿਆਨ ਇੰਦਰੀ ਜਿਹੜੇ ਨੇ, ਨੱਕ ਬਾਹਰ ਦੀ ਵਾਸ਼ਨਾ ਲੈਣਾ ਚਾਹੁੰਦਾ ਹੈ, ਕੰਨ ਵਿਕਾਰ ਨਿੰਦਿਆ ਸੁਣਨਾ ਚਾਹੁੰਦੇ ਨੇ, ਜ਼ਬਾਨ ਸਾਡੀ ਮਾੜੇ ਬੋਲ ਚਸਕੇ ਬੋਲਦੀ ਹੈ, ਹੱਥ ਸਾਡੇ ਬੇਗਾਨਾ ਹੱਕ ਖਾਂਦੇ ਨੇ, ਪੈਰ ਜਿਹੜੇ ਨੇ ਮਾੜੇ ਪਾਸੇ ਜਾਂਦੇ ਨੇ, ਤੇ ਅੰਦਰ ਫਿਰ ਸ਼ੁਭ ਗੁਣ ਵਸਣਗੇ ਨਹੀਂ ਨਾ। ਹਾਂਜੀ ਹਾਂਜੀ, ਥੈਂਕ ਯੂ ਜੀ, ਧੰਨਵਾਦ। ਠੀਕ ਹੈ ਜੀ, ਧੰਨਵਾਦ ਸਤਨਾਮ ਕੌਰ ਜੀ। ਤੇ ਇੱਥੇ ਆਪਾਂ ਸਮਾਪਤੀ ਕਰਦੇ, ਹੋਰ ਕੋਈ ਅਨਮਿਊਟ ਨਹੀਂ ਜੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਗਿਆਨੀ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ, ਤੇ ਸਾਰਿਆਂ ਦਾ, ਸਰੋਤਿਆਂ ਦਾ, ਜਿੰਨੇ ਵੀ ਅੱਜ ਸ਼ਾਮਲ ਹੋਏ ਆ ਉਹਨਾਂ ਦਾ ਵੀ ਧੰਨਵਾਦ। ਤੇ ਆਪਾਂ ਕੱਲ ਨੂੰ ਮੁੜ ਕੇ ਫੇਰ ਇਸੇ ਪਲੇਟਫਾਰਮ ਤੇ 1 ਵਜੇ ਫੇਰ ਆਵਾਂਗੇ ਜੀ, ਇੰਗਲੈਂਡ ਦੇ ਟਾਈਮ ਦੇ ਮੁਤਾਬਕ। ਹਾਂਜੀ ਵੀਰ ਜੀ, ਇੱਕ ਨਾ ਆਪਾਂ ਗਰੁੱਪ ਦੇ ਵਿੱਚ ਮੈਂ ਥੋੜਾ ਜਿਹਾ ਵਿਆਕਰਨ ਦੇ ਪਾਏ ਨੇ 2-3 ਚੈਪਟਰ ਜੀ, ਉਹਨਾਂ ਨੂੰ ਤੁਸੀਂ ਪੜ੍ਹ ਰਹੇ ਹੋ, ਕਿਵੇਂ ਲੱਗ ਰਿਹਾ ਤੁਹਾਨੂੰ? ਹਾਂਜੀ, ਆਪਣੀ ਓਪੀਨੀਅਨ ਜੇ ਕਿਸੇ ਨੇ ਦੇਣੀ ਹੈ ਜੀ ਤੁਸੀਂ ਜ਼ਰੂਰ ਦਿਓ। ਹਾਂਜੀ, ਉਹ ਨਾ ਤੁਸੀਂ ਗਰੁੱਪ ਦੇ ਵਿੱਚ ਜੇ ਕੋਈ ਚੀਜ਼ ਦਾ ਨਾਮ ਪਤਾ ਲੱਗੇ ਤੇ ਉਹ ਤੁਸੀਂ ਬੋਲ ਕੇ ਜਾਂ ਲਿਖ ਕੇ ਪੁੱਛ ਸਕਦੇ ਹੋ। ਔਰ ਜਿਹੜੇ ਤੁਸੀਂ ਜਿਹੜੇ ਵੀਰ ਆ ਵਿੱਚ ਕਦੇ ਕਈ ਵਾਰੀ ਲਿੰਕ ਪਾ ਦਿੰਦੇ ਨੇ ਵੀਡੀਓ ਵਗੈਰਾ ਦਾ, ਤਾਂ ਉਹ ਕਿਰਪਾ ਕਰਕੇ ਨਾ ਪਾਓ। ਤੇ ਜਿਹੜਾ ਕੋਈ ਪੁੱਛਣਾ ਹੋਏ ਨਾ ਉਹਦੇ ਵਿੱਚੋਂ ਪੁੱਛ ਸਕਦੇ ਹੋ। ਉਹ ਮੈਂ ਤਾਂ ਹੀ ਪਾ ਰਿਹਾ ਵਾਂ ਕਿ ਜਿਸ ਕਰਕੇ ਤੁਹਾਨੂੰ ਵਿਆਕਰਨ ਬਾਰੇ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਪਤਾ ਲੱਗ ਜਾਏ। ਠੀਕ ਹੈ ਜੀ, ਧੰਨਵਾਦ ਜੀ ਬਹੁਤ ਬਹੁਤ। ਮੇਰਾ ਖਿਆਲ ਸਾਰਿਆਂ ਨੂੰ ਦੇਖਦੇ ਤਾਂ ਹੈਗੇ ਸਾਰੇ ਹੀ, ਔਰ ਉਹਨਾਂ ਤੱਕ ਪਹੁੰਚ ਜਾਂਦੀ ਹੈ ਸਾਰੀ ਗੱਲ, ਤੇ ਬਹੁਤ ਇਹ ਲਾਭਦਾਇਕ ਆ ਸਾਰਿਆਂ ਵਾਸਤੇ। ਯਾਨੀ ਜੀ ਕਾਫੀ ਹੈਲਪਫੁਲ ਆ ਇਹ। ਬਿਲਕੁਲ ਹਾਂਜੀ, ਮੈਂ ਦੂਜੇ ਚੌਥੇ ਦਿਨ ਪਾਉਂਦਾ ਰਹਾਂਗਾ ਇੱਕ ਚੈਪਟਰ ਹੋਰ, ਪਰ ਉਹ ਤੋਂ ਨਾ ਲਾਭ ਲਓ ਸਾਰੇ। ਜੇ ਕਿਸੇ ਚੀਜ਼ ਦਾ ਨਾ ਪਤਾ ਲੱਗੇ ਤਾਂ ਪੁੱਛ ਸਕਦੇ ਹੋ ਤੁਸੀਂ। ਹਾਂਜੀ, ਠੀਕ ਆ। ਇੱਕ ਵਾਰ ਕਹਿ ਦਈਏ ਜੀ, ਜਿੱਦਾਂ ਗਿਆਨੀ ਜੀ ਨੇ ਕਿਹਾ ਹੀ ਹੈ ਕਿ ਜਿਹੜੀਆਂ ਤੁਸੀਂ ਵੀਡੀਓ ਵਗੈਰਾ ਏਦਾਂ ਭੇਜਦੇ ਆ, ਉਹ ਇਸ ਗਰੁੱਪ ਦੇ ਵਿੱਚ ਪਾਇਆ ਕਰੋ। ਤੁਹਾਡਾ ਧੰਨਵਾਦ ਹੋਊਗਾ ਜੀ ਏਦਾਂ ਤੁਸੀਂ। ਹਾਂਜੀ, ਜੇ ਤੁਸੀਂ ਕੋਈ ਵੀਡੀਓ ਭੇਜਣੀ ਹੋਏ ਨਾ ਕਿਸੇ ਵੀ ਕਿਸਮ ਦੀ, ਤਾਂ ਉਹ ਪਰਸਨਲ ਭੇਜ ਦਿਓ, ਮੈਨੂੰ ਵੀ ਭੇਜ ਸਕਦੇ, ਜਿਹਨੂੰ ਮਰਜ਼ੀ ਪਰਸਨਲ ਭੇਜੋ, ਪਰ ਗਰੁੱਪ ਦੇ ਵਿੱਚ ਕਰੀਬ ਨਾ ਪਾਓ। ਬਿਲਕੁਲ ਠੀਕ ਹੈ, ਠੀਕ ਹੈ ਜੀ। ਕਰੀਏ ਸਮਾਪਤੀ ਇੱਥੇ ਆਪਾਂ ਜੀ। ਕੱਲ ਨੂੰ ਮੁੜ ਕੇ 1 ਵਜੇ ਇੱਥੇ ਆਵਾਂਗੇ ਇੰਗਲੈਂਡ ਦੇ ਟਾਈਮ ਤੇ। ਬਤਾਓ ਉੱਤੇ ਛੁੱਟੀਆਂ ਲਈਏ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ।